सत श्री अकाल जी सारिਆਂ ਨੂੰ स्वागत करदी हां मैं तुहाडा अपने चैनल मैथ विद सुमनप्रीत कौर ते मैं आ सुमनप्रीत कौर ਅਤੇ ਜਿਹੜੇ ਵੀ ਸਟੂਡੈਂਟ ਵੀਡੀਓ PBBB ਕਲਰਕ ਐਕਸਾਈਜ਼ ਅਤੇ ਟੈਕਸ ਇੰਸਪੈਕਟਰ ਦੇ ਐਗਜ਼ਾਮ ਦੀ ਤਿਆਰੀ ਕਰ ਰਹੇ ਨੇ ਤੁਸੀਂ ਆਪਣੇ ਸਿਲੇਬਸ ਦੇ ਵਿੱਚ ਚੈੱਕ ਕਰ ਸਕਦੇ ਹੋ ਕਿ ਤੁਹਾਡੇ ਸਿਲੇਬਸ ਦੇ ਵਿੱਚ ਜੀਕੇ ਪੋਰਸ਼ਨ ਦੇ ਵਿੱਚ ਇੱਕ ਟੌਪਿਕ ਆ ਵਿਗਿਆਨ ਅਤੇ ਟੈਕਨੋਲੋਜੀਜ਼ ਜਿਹੜਾ ਕਿ ਤੁਹਾਡੇ ਲਈ ਕਾਫੀ ਹੀ ਜ਼ਿਆਦਾ ਹੈਲਪਫੁਲ ਹੋਣ ਵਾਲਾ ਹੈ ਜੇਕਰ ਤੁਸੀਂ ਵੀਡੀਓ ਦੇ ਐਗਜ਼ਾਮ ਦੀ ਤਿਆਰੀ ਕਰ ਰਹੇ ਹੋ ਇਸ ਤੋਂ ਇਲਾਵਾ PBBB ਕਲਰਕ ਐਕਸਾਈਜ਼ ਅਤੇ ਟੈਕਸ ਇੰਸਪੈਕਟਰ ਦੇ ਐਗਜ਼ਾਮ ਦੀ ਤਿਆਰੀ ਕਰ ਰਹੇ ਹੋ ਜਿਵੇਂ ਕਿ ਤੁਹਾਨੂੰ ਪਤਾ ਹੈ ਤੁਹਾਡੇ ਹੀ ਸਿਲੇਬਸ ਦਾ ਇੱਕ ਟੌਪਿਕ ਜਿਹੜਾ ਕਿ ਤੁਹਾਡੇ ਲਈ ਕਾਫੀ ਹੀ ਜ਼ਿਆਦਾ ਇੰਪੋਰਟੈਂਟ ਹੈ ਉਸ ਦੀ ਅਸੀਂ ਇੱਕ ਸੀਰੀਜ਼ ਸਟਾਰਟ ਕਰਨ ਜਾ ਰਹੇ ਹਾਂ ਜਿਸ ਦੇ ਵਿੱਚ ਅਸੀਂ ਲੋ ਲੈਵਲ ਤੋਂ ਲੈ ਕੇ ਹਾਈ ਲੈਵਲ ਤੱਕ ਦੇ MCQ ਕਵਰ ਕਰਾਂਗੇ ਕਿ ਪੇਪਰ ਦਾ ਲੈਵਲ ਕੋਈ ਵੀ ਹੋਵੇ ਤੇ ਤੁਹਾਡਾ ਪੇਪਰ ਆਸਾਨੀ ਦੇ ਨਾਲ ਅਟੈਂਪਟ ਹੋ ਜਾਵੇ ਜੇਕਰ ਤੁਸੀਂ ਇਸ ਇੱਕ ਪੇਪਰ ਦੀ ਤਿਆਰੀ ਕਰ ਲੈਂਦੇ ਹੋ ਤਾਂ ਇੱਕ ਕਾਮਨ ਟੌਪਿਕ ਆ ਵਿਗਿਆਨ ਅਤੇ ਟੈਕਨੋਲੋਜੀਜ਼ ਜਿਹੜਾ ਕਿ ਤੁਹਾਡੇ ਲਈ ਬਹੁਤ ਹਰੇਕ ਗਵਰਨਮੈਂਟ ਐਗਜ਼ਾਮ ਦੇ ਪੁਆਇੰਟ ਆਫ ਵਿਊ ਤੋਂ ਇੰਪੋਰਟੈਂਟ ਹੈ ਤੁਸੀਂ ਇੱਕ ਪੇਪਰ ਦੀ ਤਿਆਰੀ ਕਰਦੇ ਹੋ ਅੱਗੇ ਜਾ ਕੇ ਤੁਸੀਂ ਕੋਈ ਵੀ ਪੇਪਰ ਆਸਾਨੀ ਦੇ ਨਾਲ ਦੇ ਸਕਦੇ ਹੋ ਤੇ ਪੇਪਰ ਦੇ ਵਿੱਚ ਤੁਸੀਂ ਦੇਖ ਕੇ ਪੇਪਰ ਨੂੰ ਤੁਹਾਨੂੰ ਆਪਣੇ ਆਪ ਪਤਾ ਲੱਗੇਗਾ ਕਿ ਤੁਸੀਂ ਕਦੇ ਕਿਸੇ ਇੱਕ ਪੇਪਰ ਦੀ ਤਿਆਰੀ ਕੀਤੀ ਸੀ ਜਿਸ ਦਾ ਫਾਇਦਾ ਤੁਹਾਨੂੰ ਅੱਜ ਵੀ ਹੋ ਰਿਹਾ ਹੈ ਠੀਕ ਹੈ ਜੀ ਤਾਂ ਜ਼ਿਆਦਾ ਟਾਈਮ ਵੇਸਟ ਨਾ ਕਰਦੇ ਹੋਏ ਅਸੀਂ ਅੱਜ ਦੀ ਇਹ ਵੀਡੀਓ ਦਾ ਪਾਰਟ 1 ਸ਼ੁਰੂ ਕਰਦੇ ਹਾਂ ਜੇਕਰ ਤੁਹਾਨੂੰ ਵੀਡੀਓ ਚੰਗੀ ਲੱਗੇ ਤਾਂ ਪਲੀਜ਼ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦੇਣਾ इन्हां विचों विटामिन ए दा सब तो वधिया स्रोत किहड़ा है हाँ जी विटामिन ए दा सब तो वधिया स्रोत किहड़ा वा गाजर ऑप्शन नंबर बी इज़ द राइट आंसर हाँ जी तुहानूं भी सोचण दा समा दिता जाएगा बहुत सारे स्टूडेंट्स दे कमेंट आउंदे ने कि सानूं भी सोचण दा समा दिता जाए तां जो असीं भी अपना जो आंसर राइट हो साडे मन च आया वा असीं भी उहनूं मूहरे रख सकीए तां हाँ जी तुहानूं भी सोचण दा समा 3 सैकेंड दित्ते जाणगे ओके ਕਿਹੜਾ ਰੋਗ ਹੋ ਜਾਂਦਾ ਹੈ ਵਿਟਾਮਿਨ ਏ ਦੀ ਘਾਟ ਨਾਲ ਅੰਧਰਾਤਾ ਹੋ ਜਾਂਦਾ ਹੈ ਠੀਕ ਹੈ ਇਹ ਵੀ ਤੁਸੀਂ ਯਾਦ ਰੱਖਣਾ ਵਿਟਾਮਿਨ ਏ ਤੇ ਤੁਸੀਂ ਯਾਦ ਰੱਖਣਾ ਕਿ ਅੰਧਰਾਤਾ ਹੋ ਜਾਂਦਾ ਹੈ ਵਿਟਾਮਿਨ ਬੀ ਦੀ ਘਾਟ ਨਾਲ ਤੁਸੀਂ ਯਾਦ ਰੱਖਣਾ ਬੇਰੀ ਦਾ ਰੋਗ ਹੋ ਜਾਂਦਾ ਠੀਕ ਹੈ ਬੇਰੀ ਦਾ ਵਿਟਾਮਿਨ ਸੀ ਦੀ ਘਾਟ ਨਾਲ ਤੁਸੀਂ ਯਾਦ ਰੱਖਣਾ ਸਕਰਵੀ ਦਾ ਰੋਗ ਹੋ ਜਾਂਦਾ ਹੈ ਜਿਹੜਾ ਮਸੂੜਿਆਂ ਦਾ ਰੋਗ ਹੁੰਦਾ ਠੀਕ ਹੈ ਤੇ ਵਿਟਾਮਿਨ ਡੀ ਦੀ ਘਾਟ ਨਾਲ ਕੀ ਹੁੰਦਾ ਵਾ ਹੱਡੀਆਂ ਤੇ ਦੰਦ ਕਮਜ਼ੋਰ ਹੋ ਜਾਂਦੇ ਆ ਇਹ ਵੀ ਤੁਸੀਂ ਯਾਦ ਰੱਖਣਾ ਠੀਕ ਹੈ ਜੀ ਨੈਕਸਟ ਕੁਐਸਚਨ ਅਸੀਂ ਕਰਦੇ ਹਾਂ ਜੀ ਖੱਟੇ ਫਲਾਂ ਵਿੱਚ ਸਭ ਤੋਂ ਵੱਧ ਮਾਤਰਾ ਵਿੱਚ ਕਿਹੜਾ ਵਿਟਾਮਿਨ ਮਿਲਦਾ ਹੈ ਹਾਂਜੀ ਖੱਟੇ ਫਲਾਂ ਦੇ ਵਿੱਚ ਸਭ ਤੋਂ ਵੱਧ ਮਾਤਰਾ ਦੇ ਵਿੱਚ ਕਿਹੜਾ ਵਿਟਾਮਿਨ ਹੁੰਦਾ ਹੈ ਤਾਂ ਇਸ ਕੁਐਸਚਨ ਦਾ ਰਾਈਟ ਆਨਸਰ ਹੈ ਜੀ ਆਪਸ਼ਨ ਨੰਬਰ ਬੀ ਵਿਟਾਮਿਨ ਸੀ ਖੱਟੇ ਫਲਾਂ ਦੇ ਵਿੱਚ ਸਭ ਤੋਂ ਵੱਧ ਵਿਟਾਮਿਨ ਸੀ ਹੁੰਦਾ ਹੈ ਆਪਸ਼ਨ ਨੰਬਰ ਬੀ ਇਜ਼ ਦਾ ਰਾਈਟ ਆਨਸਰ ਤੇ ਵਿਟਾਮਿਨ ਸੀ ਦੀ ਘਾਟ ਨਾਲ ਕਿਹੜਾ ਰੋਗ ਹੁੰਦਾ ਸਕਰਵੀ ਦਾ ਰੋਗ ਹੁੰਦਾ ਜਿਹੜਾ ਕਿ ਮਸੂੜਿਆਂ ਦਾ ਰੋਗ ਹੁੰਦਾ ਠੀਕ ਹੈ ਜੀ ਨੈਕਸਟ ਕੁਐਸਚਨ ਅਸੀਂ ਕਰਦੇ ਹਾਂ ਜੀ ਇੱਥੇ ਹੁਣ ਖੱਟੇ ਫਲ ਕਿਹੜੇ ਹੋ ਗਏ ਆਮਲਾ ਹੋ ਗਿਆ ਨਿੰਬੂ ਹੋ ਗਿਆ ਠੀਕ ਹੈ ਇਹ ਵੀ ਇਹਨਾਂ ਦੇ ਵਿੱਚ ਵੀ ਜਿਹੜਾ ਸਭ ਤੋਂ ਵੱਧ ਇਹ ਖੱਟੇ ਹੁੰਦੇ ਆ ਨਾ ਤੇ ਇਹਨਾਂ ਦੇ ਵਿੱਚ ਵੀ ਸਭ ਤੋਂ ਵੱਧ ਵਿਟਾਮਿਨ ਹੁੰਦਾ ਵਾ ਇਸ ਤੋਂ ਇਲਾਵਾ ਜਿੰਨੇ ਵੀ ਪੀਲੇ ਰੰਗ ਦੇ ਹੋ ਗਏ ਪੀਲੇ ਜਾਂ ਖੱਟੇ ਰੰਗ ਦੇ ਫਲ ਹੋ ਗਏ ਜਿਵੇਂ ਪਪੀਤਾ ਹੋ ਗਿਆ ਠੀਕ ਹੈ ਇਹਨਾਂ ਦੇ ਵਿੱਚ ਵੀ ਵਿਟਾਮਿਨ ਸੀ ਆ ਜਿਹੜਾ ਉਹ ਸਭ ਤੋਂ ਵੱਧ ਹੁੰਦਾ ਫੋਰ ਐਗਜ਼ਾਮਪਲ ਆਂਡੇ ਦੀ ਤੁਸੀਂ ਗਿਰੀ ਦੇਖੀ ਹੋਣੀ ਉਹ ਵੀ ਪੀਲੇ ਰੰਗ ਦੀ ਹੁੰਦੀ ਆ ਉਸ ਦੇ ਵਿੱਚ ਵੀ ਵਿਟਾਮਿਨ ਸੀ ਹੁੰਦਾ ਤੇ ਵੈਸੇ ਤਾਂ ਅੰਡੇ ਦੇ ਵਿੱਚ ਵਿਟਾਮਿਨ ਡੀ ਵੀ ਹੁੰਦਾ ਵਾ ਠੀਕ ਹੈ ਸਾਰੇ ਵਿਟਾਮਿਨ ਆ ਜਾਂਦੇ ਆ ਮਲਟੀ ਵਿਟਾਮਿਨ ਹੁੰਦਾ ਉਹ ਵੀ ਪਰ ਉਹਦੇ ਵਿੱਚ ਜ਼ਿਆਦਾਤਰ ਵਿਟਾਮਿਨ ਡੀ ਹੁੰਦਾ ਵਾ ਨੈਕਸਟ ਕੁਐਸਚਨ ਅਸੀਂ ਕਰਦੇ ਹਾਂ ਜੀ ਉਸ ਵਿਟਾਮਿਨ ਦੀ ਪਹਿਚਾਣ ਕਰੋ ਜਿਸ ਨੂੰ ਸਾਡਾ ਸਰੀਰ ਸੂਰਜ ਦੀ ਰੋਸ਼ਨੀ ਦੀ ਮੌਜੂਦਗੀ ਵਿੱਚ ਤਿਆਰ ਕਰਦਾ ਹੈ ਹਾਂਜੀ ਸਾਨੂੰ ਸਭ ਨੂੰ ਹੀ ਪਤਾ ਹੈ ਕਿ ਸੂਰਜ ਤੋਂ ਸਾਨੂੰ ਕਿਹੜਾ ਵਿਟਾਮਿਨ ਮਿਲਦਾ ਹੈ ਇਸੇ ਲੋ ਲੈਵਲ ਤੋਂ ਲੈ ਕੇ ਅਸੀਂ ਹਾਈ ਲੈਵਲ ਤੱਕ ਦੀ ਸਾਇੰਸ ਤੇ ਟੈਕਨੋਲੋਜੀ ਹੈ ਜਿਹੜੀ ਤੁਹਾਡੀ ਕਵਰ ਕਰਾਂਗੇ ਪਰ ਇਹਦੇ ਨਾਲ ਹੀ ਤੁਸੀਂ ਇਹ ਲੋ ਲੈਵਲ ਆ ਜੋ ਇਸ ਨੂੰ ਐਜ਼ ਅ ਟੈਸਟ ਮੰਨਦੇ ਹੋਏ ਹੀ ਅਟੈਂਪਟ ਕਰਨ ਦੀ ਕੋਸ਼ਿਸ਼ ਜ਼ਰੂਰ ਕਰਨਾ ਆਪਸ਼ਨ ਨੰਬਰ ਸੀ ਇਜ਼ ਦਾ ਰਾਈਟ ਆਨਸਰ ਵਿਟਾਮਿਨ ਡੀ ਹੈ ਜਿਹੜਾ ਇਹ ਸਾਨੂੰ ਸੂਰਜ ਦੀ ਰੋਸ਼ਨੀ ਤੋਂ ਮਿਲਦਾ ਵਾ ਤੇ ਤੁਹਾਨੂੰ ਕੁਐਸਚਨ ਕੀ ਆਇਆ ਹੋਇਆ ਉਸ ਵਿਟਾਮਿਨ ਦੀ ਪਹਿਚਾਣ ਕਰੋ ਜਿਸ ਨੂੰ ਸਾਡਾ ਸਰੀਰ ਸੂਰਜ ਦੀ ਰੋਸ਼ਨੀ ਦੀ ਮੌਜੂਦਗੀ ਵਿੱਚ ਤਿਆਰ ਕਰਦਾ ਠੀਕ ਹੈ ਨੈਕਸਟ ਕੁਐਸਚਨ ਅਸੀਂ ਕਰਦੇ ਹਾਂ ਜੀ ਭੋਜਨ ਵਿੱਚ ਪ੍ਰੋਟੀਨ ਦੀ ਘਾਟ ਹੋਣ ਵਾਲਾ ਰੋਗ ਹਾਂਜੀ ਭੋਜਨ ਵਿੱਚ ਪ੍ਰੋਟੀਨ ਦੀ ਘਾਟ ਕਾਰਨ ਕਿਹੜਾ ਰੋਗ ਹੋ ਜਾਂਦਾ ਹੈ ਭੋਜਨ ਵਿੱਚ ਪ੍ਰੋਟੀਨ ਦੀ ਘਾਟ ਹੋਣ ਕਾਰਨ ਕਵਾਸੀਓਕਰ ਹੋ ਜਾਂਦਾ ਵਾ ਠੀਕ ਆ ਆਪਸ਼ਨ ਨੰਬਰ ਸੀ ਇਜ਼ ਦਾ ਰਾਈਟ ਆਨਸਰ ਨੈਕਸਟ ਕੁਐਸਚਨ ਅਸੀਂ ਕਰਦੇ ਹਾਂ ਜੀ ਵਿਟਾਮਿਨ ਹਾਂਜੀ ਇਹਨਾਂ ਦੇ ਵਿੱਚੋਂ ਕਿਹੜਾ ਵਿਟਾਮਿਨ ਹੈ ਜਿਹੜਾ ਕਿ ਖੂਨ ਦੇ ਜੰਮਣ ਵਿੱਚ ਜ਼ਰੂਰੀ ਹੁੰਦਾ ਹੈ ਹਾਂਜੀ ਖੂਨ ਦੇ ਜੰਮਣ ਲਈ ਕਿਹੜਾ ਵਿਟਾਮਿਨ ਜ਼ਰੂਰੀ ਹੁੰਦਾ ਹੈ ਜਿਹੜੇ ਵੀ ਸਟੂਡੈਂਟਸ ਨੂੰ ਪਤਾ 3 ਸੈਕਿੰਡ ਵੀ ਆ ਸਕਦਾ ਕਿ ਕਿਹੜਾ ਵਿਟਾਮਿਨ ਖੂਨ ਦਾ ਥੱਕਾ ਜਮਾਉਣ ਦੇ ਵਿੱਚ ਸਹਾਇਕ ਹੁੰਦਾ ਹੈ
ठीक है। ਇਹ ਹੁਣ ਉਹ ਕਿਹੜਾ ਵਿਟਾਮਿਨ ਹੈ ਜਿਹੜਾ ਖੂਨ ਦੇ ਜੰਮਣ ਦੇ ਲਈ ਜ਼ਰੂਰੀ ਹੁੰਦਾ ਹੈ, ਤਾਂ ਇਸ ਕੁਐਸਚਨ ਦਾ ਰਾਈਟ ਆਨਸਰ ਹੈ ਜੀ ਆਪਸ਼ਨ ਨੰਬਰ ਡੀ ਵਿਟਾਮਿਨ ਕੇ। ਤੁਸੀਂ ਦੇਖਿਆ ਹੋਣਾ ਜਦੋਂ ਵੀ ਸਾਡੇ ਕੋਈ ਸੱਟ ਵਗੈਰਾ ਲੱਗ ਜਾਂਦੀ ਹੈ, ਠੀਕ ਹੈ, ਉਸ ਦੇ ਵਿੱਚ ਜਦੋਂ ਖੂਨ ਵਹਿੰਦਾ, ਮੰਨ ਲਓ ਕੋਈ ਬਲੇਟ ਵੱਜਿਆ ਜਾਂ ਕੋਈ ਕਰਦ ਵੱਜਦੀ ਆ, ਤਾਂ ਉਸ ਦੇ ਵਿੱਚੋਂ ਥੋੜ੍ਹੇ ਜਿਹੇ ਟਾਈਮ ਬਾਅਦ ਹੀ ਸਾਡਾ ਖੂਨ ਆ ਜਿਹੜਾ ਉਹ, ਕਈਆਂ ਦੇ ਤਾਂ ਕੀ ਹੁੰਦਾ ਵਾ ਕਿ ਖੂਨ ਜ਼ਿਆਦਾ ਵਹਿੰਦਾ ਹੀ ਰਹਿੰਦਾ ਥੋੜ੍ਹੀ ਦੇਰ ਤੱਕ, ਪਰ ਕਈ ਵਾਰ ਕੀ ਤੁਸੀਂ ਦੇਖਿਆ ਕੁਝ ਕੁ ਸੈਕਿੰਡ ਬਾਅਦ ਖੂਨ ਆਪਣੇ ਆਪ ਜੰਮ ਜਾਂਦਾ, ਠੀਕ ਹੈ। ਉਹ ਜਿਹੜਾ ਜੰਮ ਜਾਂਦਾ ਉਹ ਵਿਟਾਮਿਨ ਕੇ ਦੀ ਵਜ੍ਹਾ ਕਰਕੇ ਜੰਮਦਾ, ਪਰ ਜਦੋਂ ਸਾਡੇ 'ਚ ਵਿਟਾਮਿਨ ਕੇ ਦੀ ਘਾਟ ਹੋਵੇ ਖੂਨ ਜੰਮਦਾ ਨਹੀਂ, ਉਹ ਵਹਿੰਦਾ ਹੀ ਰਹਿੰਦਾ, ਠੀਕ ਹੈ। ਮਤਲਬ ਵਹਿੰਦਾ ਰਹਿੰਦਾ ਮਤਲਬ ਵਗਦਾ ਹੀ ਰਹਿੰਦਾ। ਕੋਈ ਵੀ ਸੱਟ ਹੋਵੇ, ਜਿਵੇਂ ਵੱਡੀ ਸੱਟ ਵੀ ਲੱਗ ਸਕਦੀ ਹੈ ਕੋਈ, ਤਾਂ ਖੂਨ ਦਾ ਥੱਕਾ ਜਦੋਂ ਸਾਡੇ 'ਚ ਵਿਟਾਮਿਨ ਕੇ ਦੀ ਘਾਟ ਹੋਗੀ ਤਾਂ ਖੂਨ ਨੇ ਵਗੀ ਜਾਣਾ ਵਾ। ਪਰ ਉਸ ਤੋਂ ਇਲਾਵਾ ਜੇਕਰ ਸਾਡੇ ਵਿੱਚ ਵਿਟਾਮਿਨ ਕੇ ਪੂਰੀ ਸਹੀ ਮਾਤਰਾ ਦੇ ਵਿੱਚ ਆ, ਤਾਂ ਤੁਸੀਂ ਦੇਖਿਓ 2-3 ਸੈਕਿੰਡ ਦੇ ਬਾਅਦ ਜਾਂ 2 ਮਿੰਟ ਵੀ ਲੱਗ ਸਕਦੇ, ਜੇਕਰ ਸੱਟ ਡੂੰਘੀ ਹੈ ਤਾਂ ਖੂਨ ਆਪਣੇ ਆਪ ਜੰਮਣਾ ਸ਼ੁਰੂ ਹੋ ਜਾਂਦਾ। ਨੈਕਸਟ ਕੁਐਸਚਨ ਅਸੀਂ ਕਰਦੇ ਹਾਂ ਜੀ ਮਾਰੂਪੂਸ ਰੋਗ। ਹਾਂਜੀ, ਮਾਰੂਪੂਸ ਰੋਗ ਕਿਹੜੇ ਵਿਟਾਮਿਨ ਦੀ ਘਾਟ ਕਰਕੇ ਹੁੰਦਾ ਵਾ? ਮਾਰੂਪੂਸ ਰੋਗ ਵਿਟਾਮਿਨ B12 ਦੀ ਘਾਟ ਕਾਰਨ ਹੁੰਦਾ। ਆਪਸ਼ਨ ਨੰਬਰ ਏ ਇਜ਼ ਦਾ ਰਾਈਟ ਆਨਸਰ। ਨੈਕਸਟ ਕੁਐਸਚਨ, ਆਮਲੇ ਵਿੱਚ ਸਭ ਤੋਂ ਵੱਧ ਕਿਹੜਾ ਵਿਟਾਮਿਨ ਹੁੰਦਾ? ਮੈਂ ਆਲਰੇਡੀ ਤੁਹਾਨੂੰ ਦੱਸ ਚੁੱਕੀ ਹਾਂ, ਆਮਲਾ ਖੱਟਾ ਹੁੰਦਾ, ਖਾਣ ਦੇ ਵਿੱਚ ਖੱਟਾ ਹੁੰਦਾ ਵਾ, ਤਾਂ ਉਸ ਦੇ ਵਿੱਚ ਕੀ ਆ? ਵਿਟਾਮਿਨ ਸੀ ਹੁੰਦਾ ਵਾ। ਆਪਸ਼ਨ ਨੰਬਰ ਬੀ ਇਜ਼ ਦਾ ਰਾਈਟ ਆਨਸਰ। ਨੈਕਸਟ ਕੁਐਸਚਨ ਅਸੀਂ ਕਰਦੇ ਹਾਂ ਜੀ, ਆਮ ਸਰਦੀ ਤੇ ਜ਼ੁਕਾਮ ਦਾ ਕਾਰਨ ਹੈ। ਹਾਂਜੀ, ਆਮ ਸਰਦੀ ਤੇ ਜ਼ੁਕਾਮ ਦਾ ਕਾਰਨ ਕੀ ਹੈ ਜੀ? ਵਿਸ਼ਾਣੂ ਹੁੰਦੇ ਆ, ਪ੍ਰੋਟੋਜ਼ੋਆ ਹੁੰਦੇ ਆ, ਜੀਵਾਣੂ ਹੁੰਦੇ ਆ, ਜਾਂ ਫੰਗਸ ਹੁੰਦੇ ਆ। ਆਮ ਸਰਦੀ ਤੇ ਜ਼ੁਕਾਮ ਦਾ ਕਾਰਨ ਹਮੇਸ਼ਾ ਹੀ ਵਿਸ਼ਾਣੂ ਹੁੰਦੇ ਆ, ਮਤਲਬ ਕਿ ਵਾਇਰਸ ਹੁੰਦਾ। ਵਿਸ਼ਾਣੂ ਨੂੰ ਕੀ ਬੋਲਦੇ ਆ ਅਸੀਂ? ਵਾਇਰਸ। ਵਿਸ਼ਾਣੂ ਬਾਹਰੋਂ ਤਾਂ ਮਰਿਆਂ ਵਰਗੇ ਹੀ ਹੁੰਦੇ ਆ, ਪਰ ਜਦੋਂ ਇਹ ਸਾਡੇ ਅੰਦਰ ਜਾਂਦੇ ਆ ਜਿਉਂਦੇ ਹੋ ਜਾਂਦੇ ਆ। ਆਪਸ਼ਨ ਨੰਬਰ ਏ ਇਜ਼ ਦਾ ਰਾਈਟ ਆਨਸਰ। ਨੈਕਸਟ ਕੁਐਸਚਨ, ਤੰਬਾਕੂ ਦੀ ਲਗਾਤਾਰ ਵਰਤੋਂ ਨਾਲ ਕਿਸ ਰੋਗ ਦੀ ਸੰਭਾਵਨਾ ਹੋ ਸਕਦੀ ਹੈ? ਹਾਂਜੀ, ਤੰਬਾਕੂ ਦੀ ਲਗਾਤਾਰ ਵਰਤੋਂ ਦੇ ਨਾਲ ਕਿਹੜੇ ਰੋਗ ਦੀ ਸੰਭਾਵਨਾ ਹੁੰਦੀ ਆ? ਇਹਨਾਂ ਦੇ ਵਿੱਚੋਂ ਤੰਬਾਕੂ ਦੀ ਲਗਾਤਾਰ ਮਾਤਰਾ ਦੇ ਨਾਲ ਫੇਫੜਿਆਂ ਦੇ ਕੈਂਸਰ ਹੋਣ ਦੀ ਸੰਭਾਵਨਾ ਹੁੰਦੀ ਆ। ਆਪਸ਼ਨ ਨੰਬਰ ਏ ਇਜ਼ ਦਾ ਰਾਈਟ ਆਨਸਰ। ਨੈਕਸਟ ਕੁਐਸਚਨ, ਇਹਨਾਂ ਵਿੱਚੋਂ ਸਹੀ ਜੋੜੇ ਦੀ ਪਹਿਚਾਣ ਕਰੋ। ਹਾਂਜੀ, ਇਹਨਾਂ ਦੇ ਵਿੱਚੋਂ ਕਿਹੜਾ ਜੋੜਾ ਸਹੀ ਹੈ? ਹਾਂਜੀ, ਇਹਨਾਂ ਦੇ ਵਿੱਚੋਂ ਸਭ ਤੋਂ ਪਹਿਲਾਂ ਤੁਹਾਨੂੰ ਮੈਂ ਦੱਸਿਆ ਸੀ ਕਿ ਜ਼ੁਕਾਮ ਆ ਜਿਹੜਾ ਉਹ ਵਿਸ਼ਾਣੂ ਦੇ ਨਾਲ ਹੁੰਦਾ, ਨਾ ਕਿ ਪ੍ਰੋਟੋਜ਼ੋਆ ਦੇ ਨਾਲ, ਠੀਕ ਹੈ। ਤੇ ਉਸ ਤੋਂ ਬਾਅਦ ਮਲੇਰੀਆ ਕੋਈ ਫੰਗਸ ਦੇ ਨਾਲ ਨਹੀਂ ਹੁੰਦਾ। ਹੈਜ਼ਾ ਵਾ ਜਿਹੜਾ ਉਹ ਜੀਵਾਣੂਆਂ ਦੇ ਨਾਲ ਹੁੰਦਾ। ਤਾਂ ਆਪਸ਼ਨ ਨੰਬਰ ਬੀ ਇਜ਼ ਦਾ ਰਾਈਟ ਆਨਸਰ। ਇਹ ਤੁਸੀਂ ਯਾਦ ਰੱਖਣਾ। ਨੈਕਸਟ ਕੁਐਸਚਨ, ਇਹਨਾਂ ਵਿੱਚੋਂ ਕਿਹੜਾ ਭੋਜਨ ਨੂੰ ਵਿਸੇਲਾ ਕਰਨ ਵਿੱਚ ਸੂਖਮ ਜੀਵ ਨਹੀਂ ਹੈ? ਹਾਂਜੀ, ਇਹਨਾਂ ਦੇ ਵਿੱਚੋਂ ਕਿਹੜਾ ਭੋਜਨ ਨੂੰ ਵਿਸੇਲਾ ਕਰਨ ਦੇ ਵਿੱਚ ਸੂਖਮ ਜੀਵ ਨਹੀਂ ਹੈ? ਤਾਂ ਇਹਨਾਂ ਦੇ ਵਿੱਚੋਂ ਨਹੀਂਗਾ, ਕਿਹੜਾ ਨਹੀਂਗਾ? HIV। ਆਪਸ਼ਨ ਨੰਬਰ ਡੀ ਇਜ਼ ਦਾ ਰਾਈਟ ਆਨਸਰ, ਠੀਕ ਹੈ ਜੀ। ਉਸ ਤੋਂ ਇਲਾਵਾ ਜੇਕਰ ਅਸੀਂ ਇਹਨਾਂ 3 ਆਪਸ਼ਨਾਂ ਦੀ ਗੱਲ ਕਰੀਏ, ਇਹ ਇੱਕ ਤਰ੍ਹਾਂ ਦੀ ਬੈਕਟੀਰੀਆ ਦੀ ਫੈਮਿਲੀ ਆ, ਠੀਕ ਹੈ, ਤੇ ਇਹ ਭੋਜਨ ਨੂੰ ਵਿਸੇਲਾ ਕਰ ਦਿੰਦੇ ਆ, ਪਰ HIV ਹੈ ਜਿਹੜਾ ਉਹ ਭੋਜਨ ਨੂੰ ਵਿਸੇਲਾ ਨਹੀਂ ਕਰਦਾ। ਹਾਂਜੀ, ਨੈਕਸਟ ਕੁਐਸਚਨ, ਇਹਨਾਂ ਵਿੱਚੋਂ ਕਿਹੜੀ ਬਿਮਾਰੀ ਮੱਛਰ ਦੇ ਕੱਟਣ ਨਾਲ ਨਹੀਂ ਫੈਲਦੀ? ਦੇਖੋ ਨਹੀਂ ਫੈਲਦੀ ਲਿਖਿਆ, ਠੀਕ ਹੈ। ਤੁਸੀਂ ਪੇਪਰ ਦੇ ਵਿੱਚ ਕਾਹਲੀ ਨਹੀਂ ਕਰਨੀ, ਤੁਸੀਂ ਇਹ ਦੇਖਣਾ ਵਾ ਕਿ ਕੀ ਬੋਲ ਰਿਹਾ ਵਾ ਉਹ ਪੇਪਰ ਦੇ ਵਿੱਚ। ਇਹਨਾਂ ਵਿੱਚੋਂ ਕਿਹੜੀ ਬਿਮਾਰੀ ਮੱਛਰ ਦੇ ਕੱਟਣ ਨਾਲ ਨਹੀਂ ਫੈਲਦੀ? ਹਾਂਜੀ, ਇਹਨਾਂ ਦੇ ਵਿੱਚੋਂ ਦੇਖੋ ਮਲੇਰੀਆ ਮੱਛਰ ਦੇ ਨਾਲ ਫੈਲਦਾ ਵਾ, ਡੇਂਗੂ ਵੀ ਮੱਛਰ ਦੇ ਨਾਲ ਹੀ ਫੈਲਦਾ ਵਾ, ਫਾਈਲੇਰੀਅਸ ਇਹ ਵੀ ਮੱਛਰ ਦੇ ਨਾਲ ਹੀ ਹੁੰਦਾ ਵਾ, ਪਰ ਜਿਗਰ ਦੀ ਜਿਹੜੀ ਸੋਜ ਆ ਉਹ ਮੱਛਰ ਦੇ ਕੱਟਣ ਨਾਲ ਨਹੀਂ ਹੁੰਦੀ। ਨੈਕਸਟ ਕੁਐਸਚਨ, ਇਹਨਾਂ ਵਿੱਚੋਂ ਕਿਹੜੀ ਬਿਮਾਰੀ ਛੂਤ ਦੀ ਬਿਮਾਰੀ ਹੈ? ਹਾਂਜੀ, ਇਹਨਾਂ ਦੇ ਵਿੱਚੋਂ ਕਿਹੜੀ ਬਿਮਾਰੀ ਆ ਜਿਹੜੀ ਛੂਤ ਦੀ ਬਿਮਾਰੀ ਆ? ਤਾਂ ਦੇਖੋ ਸ਼ੱਕਰ ਰੋਗ, ਕੈਂਸਰ ਤੇ ਗਿੱਲੜ, ਇਹ ਰੋਗ ਆ ਜਿਹੜੇ ਇਹ ਫੈਲਦੇ ਨਹੀਂ, ਯਾਨੀ ਕਿ ਛੂਤ ਦੀ ਬਿਮਾਰੀ ਦਾ ਹੋਣ ਮਤਲਬ ਕੀ ਹੈ? ਜਿਹੜੀ ਇੱਕ ਵਿਅਕਤੀ ਤੋਂ ਦੂਜੇ ਵਿਅਕਤੀ ਤੱਕ ਫੈਲਦੀ ਆ, ਤੇ ਤਿੰਨੇ ਰੋਗ ਇੱਕ ਵਿਅਕਤੀ ਤੋਂ ਦੂਜੇ ਵਿਅਕਤੀ ਤੱਕ ਨਹੀਂ ਫੈਲਦੇ, ਤਾਂ ਇਹਨੂੰ ਕੀ ਕਵਾਂਗੇ? ਛੂਤ ਦੀ ਬਿਮਾਰੀ ਨਹੀਂ ਗੀ। ਉਹਨਾਂ ਨੇ ਪੁੱਛਿਆ ਕਿ ਕਿਹੜੀ ਆ? ਹੈਜ਼ਾ ਵਾ ਜਿਹੜਾ ਇੱਕ ਵਿਅਕਤੀ ਤੋਂ ਦੂਸਰੇ ਵਿਅਕਤੀ ਤੱਕ ਫੈਲਦਾ, ਤੇ ਇਹ ਕੀ ਆ? ਛੂਤ ਦੀ ਬਿਮਾਰੀ ਆ। ਨੈਕਸਟ ਕੁਐਸਚਨ, ਇਹਨਾਂ ਵਿੱਚੋਂ ਕਿਹੜਾ ਰੋਗ ਜੀਵਾਣੂਆਂ ਦੁਆਰਾ ਨਹੀਂ ਹੁੰਦਾ? ਹਾਂਜੀ, ਇਹਨਾਂ ਦੇ ਵਿੱਚੋਂ ਕਿਹੜਾ ਰੋਗ ਆ ਜਿਹੜਾ ਜੀਵਾਣੂਆਂ ਦੁਆਰਾ ਨਹੀਂ ਹੁੰਦਾ, ਜਾਣੀ ਕਿ ਬੈਕਟੀਰੀਆ ਦੁਆਰਾ ਨਹੀਂ ਫੈਲਦਾ, ਠੀਕ ਹੈ। ਇਹਨਾਂ ਦੇ ਵਿੱਚੋਂ ਕਿਹੜਾ ਰੋਗ ਆ ਉਹ ਜਿਹੜਾ ਬੈਕਟੀਰੀਆ ਦੁਆਰਾ ਨਹੀਂ ਫੈਲਦਾ? ਖਸਰਾ ਬੈਕਟੀਰੀਆ ਦੁਆਰਾ ਨਹੀਂ ਫੈਲਦਾ। ਇਸ ਤੋਂ ਇਲਾਵਾ ਟਾਈਫਾਇਡ ਬੈਕਟੀਰੀਆ ਦੁਆਰਾ ਫੈਲਦਾ ਵਾ। ਕੋਹੜ ਮਤਲਬ ਜਿਹੜੀ ਖਾਜ ਪੈਂਦੀ ਆ ਉਹ ਵੀ
जीवाणुओं द्वारा फैलती है, तपदिक भी जीवाणुओं द्वारा फैलती है। ठीक है, खसरा वा जिहड़ा वो जीवाणुओं द्वारा नहीं फैलता। नैक्सट क्वेश्चन, सूखम जीव जो कदे कदे डब्बा बंद भोजन नूं जहरीला बना दिंदे आ। हाँ जी, किहड़े सूखम जीव हुंदे आ जिहड़े डब्बे 'च बंद पए भोजन नूं भी जहरीला बना दिंदे आ? तां इह हुंदे आ जी बोटुलिज्म पैदा करने वाले विषाणु। बोटुलिज्म पैदा करने वाले विषाणु डब्बे 'ਚ ਪਏ ਬੰਦ ਭੋਜਨ ਨੂੰ ਵੀ ਜ਼ਹਿਰੀਲਾ ਬਣਾ ਦਿੰਦੇ ਆ। ਆਪਸ਼ਨ ਨੰਬਰ ਡੀ ਇਜ਼ ਦਾ ਰਾਈਟ ਆਨਸਰ। ਨੈਕਸਟ ਕੁਐਸਚਨ, ਹੀਮੋਗਲੋबिन ਵਿੱਚ ਪਾਏ ਜਾਣ ਵਾਲੇ ਮਹੱਤਵਪੂਰਨ ਤੱਤ ਦੀ ਪਹਿਚਾਣ ਕਰੋ। ਹਾਂਜੀ, ਹੀਮੋਗਲੋबिन ਦੇ ਵਿੱਚ ਕਿਹੜਾ ਇਹਨਾਂ ਦੇ ਵਿੱਚੋਂ ਸਭ ਤੋਂ ਮਹੱਤਵਪੂਰਨ ਤੱਤ ਪਾਇਆ ਜਾਂਦਾ? ਸਾਨੂੰ ਨਾਮ ਤੋਂ ਹੀ ਪਤਾ ਲੱਗ ਰਿਹਾ ਸੀ, ਇੰਨੀ ਵਾਰ ਸੁਣ ਚੁੱਕੇ ਆ। ਠੀਕ ਹੈ, ਤਾਂ ਹੀਮੋਗਲੋबिन ਦੇ ਵਿੱਚ ਲੋਹਾ ਪਾਇਆ ਜਾਂਦਾ। ਠੀਕ ਹੈ, ਆਪਸ਼ਨ ਨੰਬਰ ਬੀ ਇਜ਼ ਦਾ ਰਾਈਟ ਆਨਸਰ। ਨੈਕਸਟ ਕੁਐਸਚਨ, ਇਹਨਾਂ ਵਿੱਚ ਸਾਡੇ ਸਰੀਰ ਨੂੰ ਸਭ ਤੋਂ ਵੱਧ ਮੋਟਾ ਆਹਾਰ ਕਿਸ ਚੀਜ਼ ਰਾਹੀਂ ਪ੍ਰਾਪਤ ਹੁੰਦਾ ਹੈ? ਮੋਟੇ ਆਹਾਰ ਦੀ ਗੱਲ ਹੋ ਰਹੀ ਹੈ ਜੀ। ਇਹਨਾਂ ਦੇ ਵਿੱਚੋਂ ਸਾਡੇ ਸਰੀਰ ਨੂੰ ਸਭ ਤੋਂ ਵੱਧ ਮੋਟਾ ਆਹਾਰ ਕਿਸ ਚੀਜ਼ ਰਾਹੀਂ ਪ੍ਰਾਪਤ ਹੁੰਦਾ ਹੈ? ਦੇਖੋ, ਮੋਟਾ ਆਹਾਰ ਜਿਹੜਾ ਸਾਨੂੰ ਹਮੇਸ਼ਾ ਹੀ ਕਣਕ ਤੋਂ ਪ੍ਰਾਪਤ ਹੁੰਦਾ। ਆਪਸ਼ਨ ਨੰਬਰ ਸੀ ਇਜ਼ ਦਾ ਰਾਈਟ ਆਨਸਰ। ਨੈਕਸਟ ਕੁਐਸਚਨ ਅਸੀਂ ਕਰਦੇ ਹਾਂ ਜੀ, ਭੋਜਨ ਵਿੱਚ ਲੋਹੇ ਦੀ ਘਾਟ ਕਾਰਨ ਹੁੰਦਾ ਹੈ। ਹਾਂਜੀ, ਜਦੋਂ ਵੀ ਸਾਡੇ ਵਿੱਚ ਤੁਹਾਨੂੰ ਲੋਹੇ ਦੀ ਘਾਟ ਆ ਜੇ ਜਾਂ ਫਿਰ ਤੁਹਾਨੂੰ ਆ ਜੇ ਕਿ ਮਨੁੱਖੀ ਸਰੀਰ ਦੇ ਵਿੱਚ ਹੀਮੋਗਲੋबिन ਦੀ ਘਾਟ ਨਾਲ ਕੀ ਹੁੰਦਾ ਹੈ, ਤਾਂ ਵੀ ਤੁਸੀਂ ਅਨੀਮੀਆ ਹੀ ਲਗਾਓਗੇ। ਖੂਨ ਦੀ ਘਾਟ ਨਾਲ ਆ ਜੇ ਤਾਂ ਵੀ ਤੁਸੀਂ ਅਨੀਮੀਆ ਹੀ ਲਗਾਓਗੇ। ਠੀਕ ਹੈ, ਆਪਸ਼ਨ ਨੰਬਰ ਏ ਇਜ਼ ਦਾ ਰਾਈਟ ਆਨਸਰ। ਕਿ ਖੂਨ ਦੇ ਵਿੱਚ ਮਨੁੱਖੀ ਸਰੀਰ ਵਿੱਚ ਖੂਨ ਦੀ ਘਾਟ ਕਾਰਨ ਕੀ ਹੁੰਦਾ ਹੈ? ਅਨੀਮੀਆ। ਭੋਜਨ ਵਿੱਚ ਲੋਹੇ ਦੀ ਘਾਟ ਕਾਰਨ ਕੀ ਹੁੰਦਾ ਹੈ? ਅਨੀਮੀਆ। ਇਹ ਤੁਸੀਂ ਯਾਦ ਰੱਖਣਾ। ਨੈਕਸਟ ਕੁਐਸਚਨ, ਇੱਕ ਰੋਗ ਨੂੰ ਆਪਣੇ ਭੋਜਨ ਵਿੱਚ ਵਧੇਰੇ ਮੱਖਣ, ਪੱਤੇਦਾਰ ਸਬਜ਼ੀਆਂ ਰੋਗੀ ਲਿਖਿਆ। ਇੱਕ ਰੋਗੀ ਨੂੰ ਆਪਣੇ ਭੋਜਨ ਵਿੱਚ ਵਧੇਰੇ ਮੱਖਣ, ਪੱਤੇਦਾਰ ਸਬਜ਼ੀਆਂ ਅਤੇ ਫਲ ਸ਼ਾਮਿਲ ਕਰਨ ਦੀ ਸਲਾਹ ਦਿੱਤੀ ਗਈ। ਉਸ ਨੂੰ ਕਿਸ ਵਿਟਾਮਿਨ ਦੀ ਘਾਟ ਸੀ ਫਿਰ? ਹਾਂਜੀ ਦੱਸੋ। ਇੱਕ ਰੋਗੀ ਨੂੰ ਸਲਾਹ ਦਿੱਤੀ ਗਈ ਕਿ ਉਹ ਆਪਣੇ ਭੋਜਨ ਵਿੱਚ ਵਧੇਰੇ ਮੱਖਣ ਦੀ ਵਰਤੋਂ ਕਰੇ, ਪੱਤੇਦਾਰ ਸਬਜ਼ੀਆਂ ਦੀ ਵਰਤੋਂ ਕਰੇ, ਫਲਾਂ ਦੀ ਵਰਤੋਂ ਕਰੇ, ਤਾਂ ਉਹਦਾ ਮਤਲਬ ਉਹਦੇ ਵਿੱਚ ਕਿਹੜੇ ਵਿਟਾਮਿਨ ਦੀ ਘਾਟ ਸੀ? ਵਿਟਾਮਿਨ ਏ ਦੀ ਘਾਟ ਸੀ। ਹੁਣ ਦੇਖੋ ਤੁਸੀਂ, ਵਿਟਾਮਿਨ ਏ ਦੀ ਘਾਟ ਨੂੰ ਕਿਹੜੇ ਪੂਰਾ ਕਰਦੇ ਆ? ਮੱਖਣ, ਪੱਤੇਦਾਰ ਸਬਜ਼ੀਆਂ, ਹਰੀਆਂ ਪੱਤੇਦਾਰ ਸਬਜ਼ੀਆਂ ਅਤੇ ਫਲ ਸ਼ਾਮਿਲ ਆ। ਠੀਕ ਆ, ਇਹ ਤੁਸੀਂ ਯਾਦ ਰੱਖਣਾ। ਦੇਖੋ, ਇੱਕ ਕੁਐਸਚਨ ਤੋਂ ਤੁਹਾਨੂੰ 2 ਆਨਸਰ ਮਿਲ ਗਏ। ਨੈਕਸਟ ਕੁਐਸਚਨ, ਆਇਓਡੀਨ ਦੀ ਸਾਡੀ ਦੈਨਿਕ ਲੋੜੀਂਦੀ ਮਾਤਰਾ ਕਿੰਨੀ ਹੈ? ਹਾਂਜੀ, ਆਇਓਡੀਨ ਦੀ ਸਾਡੀ ਦੈਨਿਕ ਲੋੜੀਂਦੀ ਮਾਤਰਾ ਕਿੰਨੀ ਆ? ਤੇ ਇਸ ਕੁਐਸਚਨ ਦਾ ਰਾਈਟ ਆਨਸਰ ਹੈ ਜੀ ਆਪਸ਼ਨ ਨੰਬਰ ਸੀ 0.15 ਮਿਲੀਗ੍ਰਾਮ। 0.15 ਮਿਲੀਗ੍ਰਾਮ ਆ ਜਿਹੜਾ ਆਇਓਡੀਨ ਦੀ ਸਾਡੀ ਦੈਨਿਕ ਲੋੜੀਂਦੀ ਮਾਤਰਾ ਵਾ। ਠੀਕ ਹੈ ਜੀ, ਇਹ ਤੁਸੀਂ ਯਾਦ ਰੱਖਣਾ। ਨੈਕਸਟ ਕੁਐਸਚਨ, ਇਹਨਾਂ ਵਿੱਚੋਂ ਸਰੀਰ ਦਾ ਸਭ ਤੋਂ ਵੱਡਾ ਅੰਗ ਕਿਹੜਾ ਹੈ? ਹਾਂਜੀ, ਇਹਨਾਂ ਦੇ ਵਿੱਚੋਂ ਸਰੀਰ ਦਾ ਸਭ ਤੋਂ ਵੱਡਾ ਅੰਗ ਕਿਹੜਾ ਹੈ? ਗੁਰਦਾ ਹੈ, ਦਿਲ ਆ, ਦਿਮਾਗ ਆ ਜਾਂ ਜਿਗਰ ਆ? ਤਾਂ ਇਹਨਾਂ ਦੇ ਵਿੱਚੋਂ ਸਾਡੇ ਸਰੀਰ ਦਾ ਸਭ ਤੋਂ ਵੱਡਾ ਅੰਗ ਆ ਜਿਗਰ। ਆਪਸ਼ਨ ਨੰਬਰ ਡੀ ਇਜ਼ ਦਾ ਰਾਈਟ ਆਨਸਰ। ਨੈਕਸਟ ਕੁਐਸਚਨ, ਹੈਪੇਟਾਈਟਸ ਰੋਗ ਹੈ। ਹਾਂਜੀ, ਹੈਪੇਟਾਈਟਸ ਰੋਗ ਦਾ ਸੰਬੰਧ ਕਿਸ ਦੇ ਨਾਲ ਆ? ਹੈਪੇਟਾਈਟਸ ਰੋਗ ਦਾ ਸੰਬੰਧ ਗੁਰਦਿਆਂ ਦੇ ਨਾਲ ਆ। ਆਪਸ਼ਨ ਨੰਬਰ ਬੀ ਇਜ਼ ਦਾ ਰਾਈਟ ਆਨਸਰ। ਨੈਕਸਟ ਕੁਐਸਚਨ ਅਸੀਂ ਕਰਦੇ ਹਾਂ ਜੀ, ਡੇਂਗੂ ਬੁਖਾਰ ਦੇ ਵਿਸ਼ਾਣੂ ਦਾ ਵਾਹਕ ਹੈ। ਹਾਂਜੀ, ਇਹਨਾਂ ਦੇ ਵਿੱਚੋਂ ਕਿਹੜਾ ਡੇਂਗੂ ਬੁਖਾਰ ਦੇ ਵਿਸ਼ਾਣੂ ਦਾ ਵਾਹਕ ਹੈ? ਮੈਂ ਤੁਹਾਨੂੰ ਆਲਰੇਡੀ ਦੱਸਿਆ ਸੀ ਕਿ ਡੇਂਗੂ, ਮਲੇਰੀਆ, ਫਾਈਲੇਰੀਅਸਿਸ ਇਹ ਸਾਰੇ ਹੀ ਕਿਹਦੇ ਤੋਂ ਫੈਲਦੇ ਆ? ਮੱਛਰ ਤੋਂ ਫੈਲਦੇ ਆ। ਤਾਂ ਡੇਂਗੂ ਬੁਖਾਰ ਦੇ ਵਿਸ਼ਾਣੂ ਦਾ ਵਾਹਕ ਕੀ ਹੋਇਆ? ਮੱਛਰ। ਆਪਸ਼ਨ ਨੰਬਰ ਏ ਇਜ਼ ਦਾ ਰਾਈਟ ਆਨਸਰ। ਤੁਹਾਨੂੰ ਨਾ ਇੱਥੇ ਇਹ ਵੀ ਆ ਸਕਦਾ ਸੀ, ਇੱਥੇ ਮੱਖੀ ਸੀ। ਠੀਕ ਹੈ, ਮੱਖੀ। ਤੁਹਾਨੂੰ ਇੱਥੇ ਇਹ ਆ ਸਕਦਾ ਸੀ ਉਪਰੋਕਤ ਸਾਰੇ। ਤਾਂ ਜ਼ਿਆਦਾਤਰ ਸਟੂਡੈਂਟ ਉਪਰੋਕਤ ਸਾਰੇ ਲਗਾਉਣਗੇ। ਇਸ ਗੱਲ ਦਾ ਧਿਆਨ ਰੱਖਣਾ ਤੁਸੀਂ ਕਿ ਇੱਕ ਆਪਸ਼ਨ ਹੀ ਆਉਣੀ ਆ। ਇਹਨਾਂ ਵਿੱਚੋਂ ਕਿਹੜਾ ਵਿਸ਼ਾਣੂਆਂ ਦੁਆਰਾ ਉਤਪੰਨ ਹੋਣ ਵਾਲਾ ਰੋਗ ਆ? ਹਾਂਜੀ, ਕਿਹੜਾ ਬੈਕਟੀਰੀਆ ਦੁਆਰਾ ਉਤਪੰਨ ਹੁੰਦਾ? ਵਿਸ਼ਾਣੂਆਂ ਦੁਆਰਾ ਉਤਪੰਨ ਹੁੰਦਾ ਵਾ। ਤਾਂ ਵਿਸ਼ਾਣੂਆਂ ਦੁਆਰਾ ਕਿਹੜਾ ਮਤਲਬ ਵਾਇਰਸ ਦੁਆਰਾ ਕਿਹੜਾ ਉਤਪੰਨ ਹੁੰਦਾ ਇਹਨਾਂ ਦੇ ਵਿੱਚੋਂ? ਤਾਂ ਇਸ ਕੁਐਸਚਨ ਦਾ ਰਾਈਟ ਆਨਸਰ ਹੈ ਜੀ ਆਪਸ਼ਨ ਨੰਬਰ ਏ, ਹਲਕਾ। ਹਲਕਾ ਵਾ ਜਿਹੜਾ ਇਹ ਵਿਸ਼ਾਣੂਆਂ ਦੇ ਦੁਆਰਾ ਉਤਪੰਨ ਹੁੰਦਾ ਵਾ। ਠੀਕ ਹੈ ਜੀ। ਨੈਕਸਟ ਕੁਐਸਚਨ ਅਸੀਂ ਕਰਦੇ ਹਾਂ ਜੀ, ਇਹਨਾਂ ਵਿੱਚੋਂ ਕਿਹੜਾ ਖਣਿਜ ਦੀ ਘਾਟ ਕਾਰਨ ਹੋਣ ਵਾਲਾ ਰੋਗ ਨਹੀਂ ਹੈ? ਹਾਂਜੀ, ਇਹਨਾਂ ਦੇ ਵਿੱਚੋਂ ਖਣਿਜਾਂ ਦੀ ਘਾਟ ਦੇ ਨਾਲ ਦੇਖੋ ਅਨੀਮੀਆ ਹੁੰਦਾ ਵਾ,
ਗਿੱਲੜ ਹੁੰਦਾ, ਰਿਕਟਸ ਹੁੰਦਾ। ਵਿਟਾਮਿਨ ਡੀ ਦੀ ਘਾਟ ਨਾਲ ਰਿਕਟਸ ਦਾ ਰੋਗ ਹੁੰਦਾ, ਇਹ ਵੀ ਤੁਸੀਂ ਯਾਦ ਰੱਖਣਾ। ਵਿਟਾਮਿਨ ਡੀ ਦੀ ਘਾਟ ਨਾਲ ਕੀ ਹੁੰਦਾ? ਰਿਕਟਸ ਦਾ ਰੋਗ। ਤੇ ਇਹਨਾਂ ਵਿੱਚੋਂ ਕਿਹੜੇ ਖਣਿਜ ਦੀ ਘਾਟ ਨਾਲ ਹੋਣ ਵਾਲਾ ਰੋਗ ਨਹੀਂ ਹੈ? ਨਹੀਂ ਪੁੱਛਿਆ ਹੈ ਉਹਨਾਂ ਨੇ, ਠੀਕ ਹੈ, ਨਹੀਂ ਹੈ ਕੈਂਸਰ, ਇਹ ਤੁਸੀਂ ਯਾਦ ਰੱਖਣਾ। ਨੈਕਸਟ ਕੁਐਸਚਨ, ਇਹਨਾਂ ਵਿੱਚੋਂ ਕਿਹੜਾ ਵਿਸ਼ਾਣੂਆਂ ਦੁਆਰਾ ਫੈਲਣ ਵਾਲਾ, ਹੁਣ ਦੇਖੋ ਇੱਥੇ ਬਹੁਤ ਸਾਰੇ ਸਟੂਡੈਂਟ ਕੁਐਸਚਨ ਕਰਨਗੇ ਕਿ ਤੁਸੀਂ ਤਾਂ ਕਹਿ ਰਹੇ ਹੋ ਵਿਟਾਮਿਨ ਡੀ ਦੀ ਘਾਟ ਨਾਲ ਰਿਕਟਸ ਨਹੀਂ, ਮਤਲਬ ਰਿਕਟਸ ਹੁੰਦਾ ਵਾ ਵਿਟਾਮਿਨ ਡੀ ਦੀ ਘਾਟ ਨਾਲ। ਇੱਥੇ ਵੀ ਧਿਆਨ ਰੱਖਣਾ ਕਿ ਖਣਿਜ ਦੀ ਘਾਟ ਦੇ ਕਾਰਨ ਵੀ ਰਿਕਟਸ ਹੋ ਸਕਦਾ, ਪਰ ਜ਼ਿਆਦਾਤਰ ਚਾਂਸ ਹਮੇਸ਼ਾ ਹੀ ਵਿਟਾਮਿਨ ਡੀ ਦੇ ਵਿੱਚੋਂ ਹੁੰਦਾ, ਠੀਕ ਹੈ, ਇਸ ਗੱਲ ਦਾ ਤੁਸੀਂ ਧਿਆਨ ਰੱਖਣਾ। ਲੋਹੇ ਦੀ ਘਾਟ ਨਾਲ ਅਨੀਮੀਆ ਹੁੰਦਾ ਵਾ, ਠੀਕ ਹੈ, ਪਰ ਸਾਰੇ ਇਹ ਜਿਹੜੇ ਖਣਿਜ ਦੀ ਘਾਟ ਨਾਲ ਅਨੀਮੀਆ, ਗਿੱਲੜ, ਰਿਕਟਸ ਹੁੰਦੇ ਆ, ਪਰ ਕੈਂਸਰ ਨਹੀਂ ਹੁੰਦਾ। ਨੈਕਸਟ, ਇਹਨਾਂ ਵਿੱਚੋਂ ਕਿਹੜਾ ਵਿਸ਼ਾਣੂਆਂ ਦੁਆਰਾ ਫੈਲਣ ਵਾਲਾ ਰੋਗ ਨਹੀਂ ਹੈ? ਹਾਂਜੀ, ਕਿਹੜਾ ਰੋਗ ਆ ਜਿਹੜਾ ਇਹਨਾਂ ਦੁਆਰਾ ਵਿੱਚ ਵਿਸ਼ਾਣੂਆਂ ਦੁਆਰਾ ਨਹੀਂ ਫੈਲਦਾ? ਵਿਸ਼ਾਣੂ ਜਿਵੇਂ ਕਿ ਮੈਂ ਤੁਹਾਨੂੰ ਦੱਸਿਆ ਸੀਗਾ ਕਿ ਇਹ ਬਾਹਰੋਂ ਤਾਂ ਮਰਿਆਂ ਵਰਗੇ ਹੀ ਹੁੰਦੇ ਆ, ਪਰ ਜਦੋਂ ਸਾਡੇ ਸਰੀਰ ਦੇ ਅੰਦਰ ਚਲੇ ਜਾਂਦੇ ਆ ਜਿਉਂਦੇ ਹੋ ਜਾਂਦੇ ਆ, ਫਿਰ ਇਹ ਗਾਂ ਦੀ ਗਾਂ ਇਨਫੈਕਸ਼ਨ ਕਰਦੇ ਹੀ ਰਹਿੰਦੇ ਆ। ਤਾਂ ਇਹਨਾਂ ਵਿੱਚੋਂ ਕਿਹੜਾ ਵਿਸ਼ਾਣੂਆਂ ਦੁਆਰਾ ਫੈਲਣ ਵਾਲਾ ਰੋਗ ਨਹੀਂ ਗਾ? ਹਾਂਜੀ, ਇਹਨਾਂ ਦੇ ਵਿੱਚੋਂ ਵਿਸ਼ਾਣੂਆਂ ਦੁਆਰਾ ਫੈਲਣ ਵਾਲਾ ਰੋਗ ਨਹੀਂ ਗਾ ਸਿਫਿਲਿਸ। ਆਪਸ਼ਨ ਨੰਬਰ ਏ ਇਜ਼ ਦਾ ਰਾਈਟ ਆਨਸਰ। ਤੇ ਇਸ ਤੋਂ ਇਲਾਵਾ ਵੱਡੀ ਮਾਤਾ, ਖਸਰਾ, ਏਡਜ਼, ਇਹ ਸਾਰੇ ਵਿਸ਼ਾਣੂਆਂ ਨਾਲ ਫੈਲਦੇ ਆ। ਨੈਕਸਟ ਕੁਐਸਚਨ ਅਸੀਂ ਕਰਦੇ ਹਾਂ ਜੀ, ਇਹਨਾਂ ਵਿੱਚੋਂ ਕਿਸ ਸਮੂਹ ਦੀਆਂ ਬਿਮਾਰੀਆਂ ਵਿਸ਼ਾਣੂਆਂ ਦੁਆਰਾ ਫੈਲਦੀਆਂ ਹਨ? ਹਾਂਜੀ, ਕਿਹੜੇ ਸਮੂਹ ਦੀਆਂ ਬਿਮਾਰੀਆਂ ਵਾ ਜਿਹੜੀਆਂ ਵਿਸ਼ਾਣੂਆਂ ਦੁਆਰਾ ਫੈਲਦੀਆਂ ਨੇ? ਤਾਂ ਇਸ ਦੇ ਵਿੱਚੋਂ ਜਿਹੜਾ ਖਸਰਾ ਵਾ, ਛੋਟੀ ਮਾਤਾ, ਇਹ ਮੈਂ ਤੁਹਾਨੂੰ ਪਹਿਲਾਂ ਹੀ ਦੱਸਿਆ ਕਿ ਇਹ ਵਿਸ਼ਾਣੂਆਂ ਦੁਆਰਾ ਫੈਲਦੇ ਆ, ਠੀਕ ਹੈ। ਤਾਂ ਆਪਸ਼ਨ ਨੰਬਰ ਸੀ ਇਜ਼ ਦਾ ਰਾਈਟ ਆਨਸਰ। ਕੰਜੈਕਟਿਵਾਈਟਿਸ, ਇਹ ਵੀ ਸਾਰੀਆਂ ਬਿਮਾਰੀਆਂ ਕੀ ਆ? ਉਹਦੇ ਨਾਲ ਫੈਲਦੀਆਂ ਨੇ, ਵਿਸ਼ਾਣੂਆਂ ਨਾਲ, ਇਹ ਤੁਸੀਂ ਯਾਦ ਰੱਖਣਾ। ਨੈਕਸਟ ਕੁਐਸਚਨ ਦੇਖੋ, ਇਹਨਾਂ ਦੇ ਵਿੱਚੋਂ ਉਹਨਾਂ ਨੇ ਇਹ ਪੁੱਛਿਆ ਵਾ, ਤੁਸੀਂ ਇਹ ਨਾ ਹੋਵੇ ਕਿ ਇੱਥੇ ਛੋਟੀ ਮਾਤਾ ਲਿਖਿਆ ਤੇ ਇੱਥੇ ਏਡਜ਼ ਲਿਖਿਆ ਤੇ ਇਹਨੂੰ ਟਿਕ ਕਰ ਆਓ, ਪਰ ਜਿਹੜਾ ਤਪਦੀਕ ਆ ਉਹ ਵਿਸ਼ਾਣੂ ਦੁਆਰਾ ਨਹੀਂ ਹੁੰਦਾ, ਠੀਕ ਹੈ। ਇਸ ਤੋਂ ਇਲਾਵਾ ਏਡਜ਼, ਸ਼ੱਕਰ ਰੋਗ, ਪੋਲੀਓ ਵਿਸ਼ਾਣੂਆਂ ਦੁਆਰਾ ਨਹੀਂ ਹੁੰਦਾ, ਠੀਕ ਹੈ। ਇਸ ਗੱਲ ਦਾ ਧਿਆਨ ਰੱਖਣਾ ਕਿ ਤਿੰਨੋਂ ਹੀ ਫੋਲੋ ਕਰਨ ਉਹਨੂੰ। ਨੈਕਸਟ ਕੁਐਸਚਨ, ਕੈਲਸ਼ੀਅਮ, ਫਾਸਫੋਰਸ ਅਤੇ ਵਿਟਾਮਿਨ ਡੀ ਦੀ ਘਾਟ ਕਾਰਨ ਕਿਹੜਾ ਰੋਗ ਹੋ ਜਾਂਦਾ ਹੈ? ਮੈਂ ਤੁਹਾਨੂੰ ਆਲਰੇਡੀ ਦੱਸਿਆ ਕਿ ਕੈਲਸ਼ੀਅਮ, ਵਿਟਾਮਿਨ ਡੀ ਦੀ ਘਾਟ ਨਾਲ ਰਿਕਟਸ ਹੁੰਦਾ ਵਾ, ਠੀਕ ਹੈ। ਉਸ ਤੋਂ ਇਲਾਵਾ ਕੈਲਸ਼ੀਅਮ, ਫਾਸਫੋਰਸ ਅਤੇ ਵਿਟਾਮਿਨ ਡੀ, ਇਹਨਾਂ ਤਿੰਨਾਂ ਨਾਲ ਪੁੱਛ ਰਿਹਾ ਉਹ। ਕੈਲਸ਼ੀਅਮ, ਫਾਸਫੋਰਸ ਅਤੇ ਵਿਟਾਮਿਨ ਡੀ ਦੀ ਘਾਟ ਨਾਲ ਕਿਹੜਾ ਰੋਗ ਹੁੰਦਾ ਵਾ? ਰਿਕਟਸ ਵੀ ਹੁੰਦਾ ਵਾ ਤੇ ਆਸਟੀਓਮਲੇਸੀਆ ਵੀ ਹੁੰਦਾ ਵਾ, ਠੀਕ ਹੈ, ਆਸਟੀਓਮਲੇਸੀਆ ਇਹ ਵੀ ਹੁੰਦਾ ਵਾ। ਆਪਸ਼ਨ ਨੰਬਰ ਸੀ ਇਸ ਕੁਐਸਚਨ ਦਾ ਰਾਈਟ ਆਨਸਰ ਹੈ ਕਿ ਉੱਪਰਲੇ ਦੋਵੇਂ ਹੀ। ਨੈਕਸਟ ਕੁਐਸਚਨ, ਇਹਨਾਂ ਵਿੱਚੋਂ ਕਿਹੜਾ ਵਿਟਾਮਿਨ ਚਮੜੀ ਵਿੱਚ ਘੁਲਣਸ਼ੀਲ ਨਹੀਂ ਹੈ? ਵੈਰੀ ਵੈਰੀ ਇੰਪੋਰਟੈਂਟ ਕੁਐਸਚਨ। ਦੇਖੋ, ਜਿਹੜਾ ਵਿਟਾਮਿਨ ਆ ਉਹ ਵਿਟਾਮਿਨ ਸੀ ਆ, ਇਹ ਪਾਣੀ ਵਿੱਚ ਘੁਲਣਸ਼ੀਲ ਹੁੰਦਾ। ਵਿਟਾਮਿਨ ਸੀ ਪਾਣੀ ਵਿੱਚ ਘੁਲਣਸ਼ੀਲ ਹੁੰਦਾ, ਪਰ ਇਹਨੇ ਕੀ ਪੁੱਛਿਆ? ਚਰਬੀ। ਵੀ ਇਹਨਾਂ ਵਿੱਚੋਂ ਕਿਹੜਾ ਵਿਟਾਮਿਨ ਆ ਜਿਹੜਾ ਕਿ ਚਰਬੀ ਵਿੱਚ ਘੁਲਣਸ਼ੀਲ ਨਹੀਂ ਹੈ? ਤਾਂ ਚਰਬੀ ਵਿੱਚ ਘੁਲਣਸ਼ੀਲ ਨਹੀਂ ਹੈ ਵਿਟਾਮਿਨ ਸੀ। ਇਹ ਵਿਟਾਮਿਨ ਸੀ ਹੈ ਜਿਹੜਾ ਇਹ ਪਾਣੀ ਵਿੱਚ ਘੁਲਣਸ਼ੀਲ ਵਿਟਾਮਿਨ ਆ। ਇਸ ਤੋਂ ਇਲਾਵਾ ਵਿਟਾਮਿਨ ਏ, ਵਿਟਾਮਿਨ ਡੀ ਤੇ ਵਿਟਾਮਿਨ ਕੇ, ਇਹ ਸਾਰੇ ਹੀ ਵਿਟਾਮਿਨ ਚਰਬੀ ਵਿੱਚ ਘੁਲਣਸ਼ੀਲ ਹਨ, ਠੀਕ ਹੈ। ਇਸ ਦਾ ਧਿਆਨ ਰੱਖਣਾ, ਲਿਖ ਲੈਣਾ ਚਾਹੀਏ ਇਸ ਨੂੰ। ਨੈਕਸਟ ਕੁਐਸਚਨ, ਬੱਚਿਆਂ ਨੂੰ ਡੀਪੀਟੀ ਦਾ ਟੀਕਾ ਕਿਸ ਰੋਗ ਦੇ ਬਚਾਅ ਦੇ ਲਈ ਲਗਾਇਆ ਜਾਂਦਾ ਹੈ? ਹਾਂਜੀ, ਬੱਚਿਆਂ ਨੂੰ, ਉਹਨੇ ਪੁੱਛਿਆ ਬੱਚਿਆਂ ਨੂੰ ਡੀਪੀਟੀ ਦਾ ਟੀਕਾ ਕਿਸ ਰੋਗ ਦੇ ਬਚਾਅ ਲਈ ਲਗਾਇਆ ਜਾਂਦਾ ਹੈ? ਜਿਹੜੇ ਵੀ ਸਟੂਡੈਂਟਸ ਨੂੰ ਪਤਾ 3 ਸੈਕਿੰਡ ਦਿੰਦੀ ਹਾਂ ਮੈਂ ਤੁਹਾਨੂੰ ਕਮੈਂਟ ਬਾਕਸ ਦੇ ਵਿੱਚ ਲਿਖਣ ਦੇ ਲਈ। ਹਾਂਜੀ, ਬੱਚਿਆਂ ਨੂੰ ਡੀਪੀਟੀ ਦਾ ਟੀਕਾ ਕਿਹੜੇ ਰੋਗ ਤੋਂ ਬਚਾਅ ਦੇ ਲਈ ਲਗਾਇਆ ਜਾਂਦਾ? ਤਾਂ ਇਸ ਕੁਐਸਚਨ ਦਾ ਰਾਈਟ ਆਨਸਰ ਹੈ ਆਪਸ਼ਨ ਨੰਬਰ ਡੀ, ਤਿੰਨੇ ਹੀ। ਆਪਸ਼ਨ ਨੰਬਰ ਡੀ, ਤਿੰਨੇ ਹੀ। ਗਾਲਘੋਟੂ ਦੇ ਬਚਾਅ ਲਈ ਡੀਪੀਟੀ ਦਾ ਟੀਕਾ ਲੱਗਦਾ। ਟੈਟਨਸ ਦੇ ਲਈ ਡੀਪੀਟੀ ਦਾ ਟੀਕਾ ਲੱਗਦਾ। ਕਾਲੀ ਖਾਂਸੀ ਦੇ ਲਈ ਡੀਪੀਟੀ ਦਾ ਟੀਕਾ ਲੱਗਦਾ, ਜਾਣੀ ਕਿ ਇਹਨਾਂ ਤਿੰਨਾਂ ਲਈ ਹੀ ਲੱਗਦਾ। ਨੈਕਸਟ ਕੁਐਸਚਨ, ਮਨੁੱਖੀ ਦਿਮਾਗ ਦੇ ਕਿੰਨੇ ਅੰਗ ਖੇਤਰ ਹਨ? ਹਾਂਜੀ, ਮਨੁੱਖੀ ਦਿਮਾਗ ਦੇ ਅੰਗ ਖੇਤਰ ਕਿੰਨੇ ਹਨ? ਜਿਹੜੇ ਵੀ ਸਟੂਡੈਂਟਸ ਨੂੰ ਪਤਾ 3 ਸੈਕਿੰਡ ਦਿੰਦੀ ਹਾਂ ਮੈਂ ਤੁਹਾਨੂੰ ਕਮੈਂਟ ਬਾਕਸ ਦੇ ਵਿੱਚ ਆਨਸਰ ਲਿਖਣ ਲਈ। ਮਨੁੱਖੀ ਦਿਮਾਗ ਦੇ ਵਿੱਚ ਟੋਟਲ 3 ਅੰਗ ਖੇਤਰ ਆ। ਆਪਸ਼ਨ ਨੰਬਰ ਏ ਇਜ਼ ਦਾ ਰਾਈਟ ਆਨਸਰ। ਕਿਹੜੇ ਕਿਹੜੇ ਤੁਸੀਂ ਕਮੈਂਟ ਬਾਕਸ ਦੇ ਵਿੱਚ ਲਿਖੋਗੇ। ਨੈਕਸਟ ਕੁਐਸਚਨ, ਪਾਣੀ ਵਿੱਚ ਘੁਲਣਸ਼ੀਲ ਵਿਟਾਮਿਨ ਹੈ? ਮੈਂ ਤੁਹਾਨੂੰ ਆਲਰੇਡੀ ਦੱਸ ਚੁੱਕੀ ਹਾਂ ਕਿ ਵਿਟਾਮਿਨ ਵਿੱਚ ਪਾਣੀ ਵਿੱਚ ਕਿਹੜਾ ਘੁਲਣਸ਼ੀਲ ਵਿਟਾਮਿਨ ਆ। ਦੇਖੋ, ਪਾਣੀ ਵਿੱਚ ਘੁਲਣਸ਼ੀਲ ਵਿਟਾਮਿਨ ਆ ਵਿਟਾਮਿਨ ਸੀ। ਆਪਸ਼ਨ ਨੰਬਰ ਏ ਇਜ਼ ਦਾ ਰਾਈਟ ਆਨਸਰ।
ਵਿਟਾਮਿਨ ਏ, ਵਿਟਾਮਿਨ ਡੀ ਤੇ ਵਿਟਾਮਿਨ ਕੇ, ਇਹ ਸਾਰੇ ਕੀ ਆ ਚਰਬੀ ਵਿੱਚ ਘੁਲਣਸ਼ੀਲ ਵਿਟਾਮਿਨ ਆ। ਤੇ ਇੱਥੋਂ ਤੁਹਾਨੂੰ ਪਤਾ ਲੱਗ ਰਿਹਾ ਕਿ ਵਿਟਾਮਿਨ ਈ ਹੈ ਜਿਹੜਾ ਇਹ ਨਵਾਂ ਐਡ ਹੋਇਆ, ਇਹ ਵੀ ਪਾਣੀ ਵਿੱਚ ਘੁਲਣਸ਼ੀਲ ਵਿਟਾਮਿਨ ਨਹੀਂ ਹੈ। ਠੀਕ ਹੈ ਜੀ। ਡੀ ਤੇ ਕੇ ਵੀ। ਕੁਝ ਆਮ ਪਦਾਰਥ ਜਿਵੇਂ ਧੂੜ, ਪਰਾਗਣ, ਵਿਸ਼ੇਸ਼ ਭੋਜਨ ਪਦਾਰਥ ਅਤੇ ਕਿਸੇ ਕੱਪੜੇ ਦੇ ਪ੍ਰਤੀ ਸੰਵੇਦਨਾ ਨੂੰ ਕੀ ਕਹਿੰਦੇ ਹਨ? ਤੇ ਇਸ ਕੁਐਸਚਨ ਦਾ ਰਾਈਟ ਆਨਸਰ ਹੈ ਜੀ ਆਪਸ਼ਨ ਨੰਬਰ ਏ, ਐਲਰਜੀ ਬੋਲਦੇ ਆ। ਠੀਕ ਹੈ ਜੀ। ਨੈਕਸਟ ਕੁਐਸਚਨ, ਐਲਰਜਿਕ ਪ੍ਰਤੀਕਿਰਿਆ ਰਾਹੀਂ ਹੋਣ ਵਾਲਾ ਇੱਕ ਮਹੱਤਵਪੂਰਨ ਰੋਗ। ਹਾਂਜੀ, ਐਲਰਜਿਕ ਪ੍ਰਤੀਕਿਰਿਆ ਰਾਹੀਂ ਹੋਣ ਵਾਲਾ ਮਹੱਤਵਪੂਰਨ ਰੋਗ ਇਹਨਾਂ ਦੇ ਵਿੱਚੋਂ ਕਿਹੜਾ ਹੈ? ਤੇ ਐਲਰਜਿਕ ਪ੍ਰਤੀਕਿਰਿਆ ਨਾਲ ਕਿਹੜਾ ਰੋਗ ਹੁੰਦਾ ਵਾ? ਐਲਰਜੀ ਨਾਲ ਕਿਹੜਾ ਹੁੰਦਾ? ਦਮਾ। ਆਪਸ਼ਨ ਨੰਬਰ ਬੀ ਇਜ਼ ਦਾ ਰਾਈਟ ਆਨਸਰ। ਇਸ ਤੋਂ ਇਲਾਵਾ ਮੋਟਾਪਾ ਤੁਹਾਨੂੰ ਪਤਾ ਕੋਈ ਮਤਲਬ ਛੂਤ ਦਾ ਰੋਗ ਨਹੀਂ ਗਾ ਜਿਹੜਾ ਐਲਰਜੀ ਨਾਲ ਹੋ ਜਾਂਦਾ। ਨੈਕਸਟ ਕੁਐਸਚਨ, ਇਹਨਾਂ ਵਿੱਚੋਂ ਕਿਹੜੀ ਪ੍ਰਤੀਜੈਵਿਕ ਦਵਾਈ ਨਹੀਂ ਹੈ? ਹਾਂਜੀ, ਇਹਨਾਂ ਦੇ ਵਿੱਚੋਂ ਕਿਹੜੀ ਜਾਣੀ ਕਿ ਐਂਟੀਬਾਇਓਟਿਕ ਦਵਾਈ ਨਹੀਂ ਹੈ? ਕਲੋਰੋਕਾਬਿਨ। ਆਪਸ਼ਨ ਨੰਬਰ ਡੀ ਇਜ਼ ਦਾ ਰਾਈਟ ਆਨਸਰ। ਨੈਕਸਟ ਕੁਐਸਚਨ, ਉਹ ਰੋਗ ਜਿਸ ਵਿੱਚ ਮਨੁੱਖ ਇੱਕ ਛੋਟੀ ਜਿਹੀ ਸੱਟ ਲੱਗਣ ਕਾਰਨ ਖੂਨ ਦੇ ਵਹਿਣ ਕਾਰਨ ਮਰ ਜਾਂਦਾ ਹੈ। ਹਾਂਜੀ, ਜਦੋਂ ਕੋਈ ਮਨੁੱਖ ਦੇ ਛੋਟੀ ਜਿਹੀ ਸੱਟ ਲੱਗਦੀ ਹੈ ਤੇ ਖੂਨ ਦੇ ਵਹਿਣ ਨਾਲ ਉਸਦੀ ਮੌਤ ਹੋ ਜਾਂਦੀ ਹੈ, ਉਹ ਰੋਗ ਕਿਹੜਾ ਵਾ? ਹੀਮੋਫੀਲੀਆ ਦਾ। ਆਪਸ਼ਨ ਨੰਬਰ ਸੀ ਇਜ਼ ਦਾ ਰਾਈਟ ਆਨਸਰ। ਨੈਕਸਟ ਕੁਐਸਚਨ, ਹਾਂਜੀ ਨੈਕਸਟ ਕੁਐਸਚਨ, ਕਵਾਸੀਓਕਰ ਹੇਠ ਲਿਖਿਆਂ ਵਿੱਚੋਂ ਕਿਸ ਕਿਸਮ ਦਾ ਰੋਗ ਹੈ? ਹਾਂਜੀ, ਕਵਾਸੀਓਰਕਰ ਇਹ ਕਿਹੜੀ ਕਿਸਮ ਦਾ ਰੋਗ ਆ? ਤਰੁੱਟੀ ਰੋਗ ਆ। ਆਪਸ਼ਨ ਨੰਬਰ ਸੀ ਇਜ਼ ਦਾ ਰਾਈਟ ਆਨਸਰ। ਨੈਕਸਟ ਕੁਐਸਚਨ, ਧੁੰਦਰ ਬਿਮਾਰੀ ਹੈ। ਹਾਂਜੀ, ਧੁੰਦਰ ਬਿਮਾਰੀ ਕਿਹੜੀ ਬਿਮਾਰੀ ਹੈ ਇਹਨਾਂ ਦੇ ਵਿੱਚੋਂ? ਧੁੰਦਰ ਬਿਮਾਰੀ ਹੈ, ਧੰਦਰ ਆਊਗਾ ਇੱਥੇ। ਠੀਕ ਹੈ, ਤੁਹਾਨੂੰ ਧੁੰਦਰ ਨੀਗਾ, ਇਹ ਧੱਦਰ ਆ। ਧੱਦਰ ਬਿਮਾਰੀ ਕਿਹੜੀ ਬਿਮਾਰੀ ਆ? ਇਹ ਬਿਮਾਰੀ ਆ ਚਮੜੀ ਦੀ। ਆਪਸ਼ਨ ਨੰਬਰ ਏ ਇਜ਼ ਦਾ ਰਾਈਟ ਆਨਸਰ। ਨੈਕਸਟ ਕੁਐਸਚਨ, ਹੇਠ ਲਿਖਿਆਂ ਵਿੱਚੋਂ ਕਿਹੜੇ ਕਾਰਕ ਏਡਜ਼ ਫੈਲਾਉਣ ਲਈ ਜ਼ਿੰਮੇਵਾਰ ਹਨ? ਹਾਂਜੀ, ਇਹਨਾਂ ਦੇ ਵਿੱਚੋਂ ਕਿਹੜੇ ਕਾਰਕ ਆ ਜਿਨ੍ਹਾਂ ਰਾਹੀਂ ਏਡਜ਼ ਫੈਲਦੀ ਆ? ਦੇਖ ਸਕਦੇ ਹੋ ਤੁਸੀਂ ਕਿਹੜੀ ਆਪਸ਼ਨ ਹੋ ਸਕਦੀ ਹੈ ਏਡਜ਼ ਫੈਲਣ ਦੀ? ਖੂਨਦਾਨ ਦੇ ਨਾਲ ਵੀ ਏਡਜ਼ ਫੈਲਦੀ ਆ। ਇਸ ਤੋਂ ਇਲਾਵਾ ਸਰੀਰਕ ਸੰਭੋਗ, ਜਾਣੀ ਕਿ ਆਪਸ਼ਨ ਨੰਬਰ ਸੀ ਇਜ਼ ਦਾ ਰਾਈਟ ਆਨਸਰ, ਉਪਰੋਕਤ ਦੋਵੇਂ ਹੀ। ਨੈਕਸਟ ਕੁਐਸਚਨ, ਉਪਰੋਕਤ ਦੋਵੇਂ ਮਤਲਬ ਪਹਿਲਾ ਤੇ ਦੂਜਾ। ਨੈਕਸਟ ਕੁਐਸਚਨ, ਗਰਭਵਤੀ ਇਸਤਰੀਆਂ ਵਿੱਚ ਆਮ ਤੌਰ ਤੇ ਕਿਹੜੇ ਤੱਤਾਂ ਦੀ ਘਾਟ ਆ ਜਾਂਦੀ ਹੈ? ਹਾਂਜੀ, ਗਰਭਵਤੀ ਇਸਤਰੀਆਂ ਦੇ ਵਿੱਚ ਆਮ ਤੌਰ ਤੇ ਕੈਲਸ਼ੀਅਮ ਅਤੇ ਲੋਹੇ ਦੀ ਘਾਟ ਆ ਜਾਂਦੀ ਆ। ਆਪਸ਼ਨ ਨੰਬਰ ਸੀ ਇਜ਼ ਦਾ ਰਾਈਟ ਸੀ ਇਜ਼ ਦਾ ਰਾਈਟ ਆਨਸਰ। ਠੀਕ ਹੈ, ਇਸ ਗੱਲ ਦਾ ਤੁਸੀਂ ਧਿਆਨ ਰੱਖਣਾ। ਹਾਂਜੀ, ਇਸ ਦੇ ਨਾਲ ਸਾਡੀ ਅੱਜ ਦੀ ਇਹ ਵੀਡੀਓ ਖਤਮ ਹੁੰਦੀ ਹੈ। ਤੇ ਇਹ ਵੀਡੀਓ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਕਿਰਪਾ ਕਰਕੇ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੱਸ ਦੇਣਾ। ਜੇਕਰ ਵੀਡੀਓ ਚੰਗੀ ਲੱਗੀ ਹੋਵੇ ਤਾਂ ਪਲੀਜ਼ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦੇਣਾ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਸਵਾਗਤ ਕਰਦੀ ਹਾਂ ਮੈਂ ਤੁਹਾਡਾ ਆਪਣੇ ਚੈਨਲ ਮੈਥ ਵਿਦ ਸੁਮਨਪ੍ਰੀਤ ਕੌਰ ਤੇ ਮੈਂ ਆ ਸੁਮਨਪ੍ਰੀਤ ਕੌਰ। ਤੇ ਅੱਜ ਦੀ ਇਸ ਵੀਡੀਓ ਦੇ ਵਿੱਚ ਅਸੀਂ ਕਰਾਂਗੇ ਵਿਗਿਆਨ ਅਤੇ ਟੈਕਨੋਲੋਜੀ ਦੇ ਨਾਲ ਰਿਲੇਟਡ ਕੁਝ ਇੰਪੋਰਟੈਂਟ MCQ। ਹਾਂਜੀ, ਅਸੀਂ ਵਿਗਿਆਨ ਅਤੇ ਟੈਕਨੋਲੋਜੀ ਇੱਕ ਨਵਾਂ ਟੌਪਿਕ ਸਟਾਰਟ ਕੀਤਾ ਹੈ। ਜਿਹੜੇ ਵੀ ਸਟੂਡੈਂਟ ਫੋਰੈਸਟ ਗਾਰਡ, ਕਲਰਕ, ਐਕਸਾਈਜ਼ ਅਤੇ ਟੈਕਸ ਇੰਸਪੈਕਟਰ ਦੇ ਐਗਜ਼ਾਮ ਦੀ ਤਿਆਰੀ ਕਰ ਰਹੇ ਨੇ, ਜਿਵੇਂ ਕਿ ਤੁਹਾਡਾ ਸਿਲੇਬਸ ਓਪਨ ਕੀਤਾ ਹੋਇਆ ਹੈ ਤੇ ਇਸ ਦੇ ਵਿੱਚ ਫੋਰੈਸਟ ਗਾਰਡ ਦੇ ਸਿਲੇਬਸ ਦੇ ਵਿੱਚ ਤੁਹਾਡਾ ਜੋ GK ਦੇ ਪੋਰਸ਼ਨ ਦੇ ਵਿੱਚ ਇੱਕ ਟੌਪਿਕ ਆ ਸਾਇੰਸ ਐਂਡ ਟੈਕਨੋਲੋਜੀਜ਼। 4th ਟੌਪਿਕ ਹੈ ਤੁਹਾਡਾ। ਦੇਖੋ, ਕਰੰਟ ਅਫੇਅਰ ਤਾਂ ਅਸੀਂ ਡੇਲੀ ਕਰ ਹੀ ਰਹੇ ਹਾਂ, ਤੁਸੀਂ ਨਾਲ ਦੀ ਨਾਲ ਪਿਛਲੀ 6 ਮੰਥ ਦੀ ਵੀ ਕਵਰ ਕਰ ਲੈਣੀ ਆ। ਪੋਲੀਟੀਕਲ ਇਸ਼ੂਜ਼ ਸਾਡਾ ਆਲਮੋਸਟ ਸਾਰਾ ਕਵਰ ਹੋ ਚੁੱਕਿਆ ਹੈ। ਠੀਕ ਹੈ, ਇਸ ਦੇ ਨਾਲ ਰਿਲੇਟਡ ਮੌਕ ਟੈਸਟ ਮੈਂ ਕਵਰ ਕਰਵਾ ਰਹੀ ਹਾਂ। ਉਸ ਤੋਂ ਇਲਾਵਾ ਇਨਵਾਇਰਮੈਂਟ ਇਸ਼ੂਜ਼ ਵੀ ਦੀਆਂ ਅਸੀਂ 13 ਕਲਾਸਾਂ ਲਗਾ ਚੁੱਕੇ ਹਾਂ ਹੁਣ ਤੱਕ। ਤੇ ਇਕਨੋਮਿਕ ਇਸ਼ੂ ਵੀ ਹੈ ਜੋ ਮੈਂ ਤੁਹਾਨੂੰ ਨਾਲ ਦੀ ਨਾਲ ਸਟਾਰਟ ਕਰਵਾਇਆ ਹੋਇਆ ਵਾ। ਤੇ ਸਿੱਖ ਇਤਿਹਾਸ ਬਾਰੇ ਵੀ ਅਸੀਂ ਪੜ੍ਹ ਰਹੇ ਹਾਂ। ਸਪੋਰਟਸ ਵੀ ਅਸੀਂ ਸ਼ੁਰੂ ਕੀਤਾ ਹੋਇਆ ਵਾ। ਇਸ ਤੋਂ ਇਲਾਵਾ ਸਾਡਾ ਕੋਈ ਵੀ ਟੌਪਿਕ ਹੈ ਇਸ ਦੇ ਵਿੱਚ ਜਿਹੜਾ ਸਿਨੇਮਾ ਐਂਡ ਲਿਟਰੇਚਰ ਦੇ ਨਾਲ ਰਿਲੇਟਡ ਆ। ਠੀਕ ਹੈ, ਇਹ ਵੀ ਮੈਂ ਤੁਹਾਨੂੰ ਸਾਹਿਤ ਅਤੇ ਸਾਹਿਤਕ ਪੁਰਸਕਾਰ ਦੇ ਨਾਲ ਰਿਲੇਟਡ ਕਰਵਾਇਆ ਸੀ ਪਹਿਲਾਂ, ਪਰ ਹੁਣ ਅਸੀਂ ਦੁਬਾਰਾ ਫਿਰ ਤੋਂ ਕਰਾਂਗੇ। ਠੀਕ ਹੈ, ਤੇ ਉਸ ਤੋਂ ਬਾਅਦ ਤੁਹਾਡੇ ਮੌਕ ਟੈਸਟ ਸਟਾਰਟ ਹੋ ਜਾਣਗੇ ਤੇ ਉਸ ਤੋਂ ਬਾਅਦ ਸਾਡਾ ਜੋ ਮੇਨ ਹੈ ਉਹ ਰਹਿ ਜਾਵੇਗਾ ਰੀਜ਼ਨਿੰਗ ਐਂਡ ਮੈਥ ਦੇ ਵਿੱਚੋਂ ਤੁਹਾਨੂੰ ਜੋ ਸਮ ਆਉਣੇ ਆ। ਠੀਕ ਹੈ, 30 ਨੰਬਰ ਦੇ। ਇਸ ਦੇ ਵਿੱਚੋਂ ਅਸੀਂ ਜਲਦੀ ਹੀ ਇਹ ਟੌਪਿਕ ਵੀ ਕਵਰ ਕਰ ਲਵਾਂਗੇ। ਤੁਸੀਂ ਦੇਖ ਸਕਦੇ ਹੋ ਬਹੁਤ ਸਾਰੇ ਟੌਪਿਕ ਤਾਂ ਅਸੀਂ ਸਟਾਰਟ ਕਰ ਲਏ ਨੇ। ਤੇ ਇੰਗਲਿਸ਼ ਗ੍ਰਾਮਰ ਵੀ ਤੁਹਾਡੀ ਹੋ ਰਹੀ ਆ। ਪੰਜਾਬੀ ਦੇ ਨਾਲ ਰਿਲੇਟਡ ਵੀ ਅਸੀਂ ਸਾਰੇ ਹੀ ਟੌਪਿਕ ਆ ਜੋ ਕਵਰ ਕਰ ਚੁੱਕੇ ਹਾਂ। ਤੇ ਫਿਰ ਵੀ ਤੁਹਾਡੇ ਲਈ ਜੋ ਇੰਪੋਰਟੈਂਟ MCQ ਆ ਉਹ ਵੀ ਅਸੀਂ ਲੈ ਕੇ ਆਉਂਦੇ ਰਵਾਂਗੇ। ਬੇਸਿਕ ਕੰਪਿਊਟਰ ਦੀਆਂ ਕਲਾਸਾਂ ਸਾਡੀਆਂ ਆਲਰੇਡੀ ਲੱਗ ਚੁੱਕੀਆਂ ਨੇ, ਤੁਸੀਂ ਉਹ ਦੇਖ ਸਕਦੇ ਹੋ। ਪਰ ਅੱਗੇ ਜਾ ਕੇ ਮੈਂ ਤੁਹਾਨੂੰ ਫਿਰ ਵੀ ਇਹ ਦੁਬਾਰਾ ਵੀ ਕਰਵਾਵਾਂਗੀ। ਠੀਕ ਹੈ ਜੀ। ਤੇ
ਉਸ ਤੋਂ ਇਲਾਵਾ ਹਿਸਟਰੀ ਐਂਡ ਕਲਚਰ, ਇਸ ਦੇ ਵਿੱਚੋਂ ਬਹੁਤ ਸਾਰਾ ਤਾਂ ਅਸੀਂ ਕਵਰ ਨਾਲ ਦੀ ਨਾਲ ਹੀ ਕਰ ਰਹੇ ਹਾਂ, ਪਰ ਜਿਵੇਂ ਤੁਸੀਂ ਦੇਖ ਸਕਦੇ ਹੋ ਲਿਟਰੇਚਰ ਦੇ ਨਾਲ ਰਿਲੇਟਡ ਹੋ ਗਿਆ, ਆਰਟ ਦੇ ਨਾਲ ਰਿਲੇਟਡ ਹੋ ਗਿਆ, ਮੁਗਲ ਨਾਲ ਰਿਲੇਟਡ ਹੋ ਗਿਆ, ਤੇ ਭਗਤੀ ਮੂਵਮੈਂਟਸ ਹੋ ਗਈਆਂ। ਠੀਕ ਹੈ, ਇਸ ਤਰ੍ਹਾਂ ਦੇ ਜੋ ਤੁਹਾਡਾ ਜਿਹੜਾ ਸਿਲੇਬਸ ਆ ਇਹ ਸਿਲੇਬਸ ਦੇ ਵਿੱਚੋਂ ਅਸੀਂ ਵੈਸੇ ਇਹ ਟੌਪਿਕ ਆ ਜਿਹੜਾ ਅਲੱਗ ਤੋਂ ਕਵਰ ਕਰਾਂਗੇ, ਜਿਵੇਂ ਇਹ ਵੀ ਅਸੀਂ ਬਹੁਤ ਜਲਦ ਸਟਾਰਟ ਕਰਨ ਵਾਲੇ ਹਾਂ। ਠੀਕ ਹੈ ਜੀ, ਤਾਂ ਹਾਂਜੀ ਹੁਣ ਅਸੀਂ ਕਰਦੇ ਹਾਂ ਸਾਡਾ ਮੇਨ ਟੌਪਿਕ, ਜੋ ਅਸੀਂ ਨਵਾਂ ਟੌਪਿਕ ਸਟਾਰਟ ਕੀਤਾ ਹੈ ਉਸ ਦੀ ਕਲਾਸ 1 ਲਗਾਉਣ ਜਾ ਰਹੇ ਹਾਂ ਅਸੀਂ, ਪਾਰਟ 1 ਵਿਗਿਆਨ ਅਤੇ ਤਕਨਾਲੋਜੀ। ਠੀਕ ਹੈ, ਇਹ ਟੌਪਿਕ ਤੁਹਾਡੇ ਲਈ ਕਿੰਨਾ ਜ਼ਿਆਦਾ ਇੰਪੋਰਟੈਂਟ ਹੈ, ਤੁਹਾਡੇ ਸਿਲੇਬਸ ਦੇ ਵਿੱਚ ਇਹ ਟੌਪਿਕ ਹੈ ਜਿਸ ਦੇ ਵਿੱਚੋਂ ਤੁਹਾਨੂੰ ਇਹ ਸਾਰੇ ਟੌਪਿਕਸ ਦੇ ਵਿੱਚੋਂ ਤੇ ਪਲੱਸ ਕਰੰਟ ਅਫੇਅਰ ਦੇ ਵਿੱਚੋਂ 30 ਨੰਬਰ ਦਾ ਪੇਪਰ ਆਉਣਾ ਹੈ। ਠੀਕ ਹੈ, ਇਸ ਕਰਕੇ ਤੁਹਾਡੇ 9 ਟੌਪਿਕ ਆ ਟੋਟਲ। ਇਸ ਕਰਕੇ ਇਹ ਟੌਪਿਕ ਤੁਹਾਡੇ ਲਈ ਕਿੰਨੇ ਜ਼ਿਆਦਾ ਇੰਪੋਰਟੈਂਟ ਆ। ਦੇਖੋ ਟੌਪਿਕ ਦੇ ਵਿੱਚੋਂ ਕੁਐਸਚਨ ਤੁਹਾਨੂੰ ਕਿੰਨੇ ਆਉਣੇ ਆ, ਕੋਈ 4-5 ਵੀ ਨਹੀਂ ਆਉਣੇ। ਠੀਕ ਹੈ ਜੀ, ਤੇ ਬਹੁਤ ਘੱਟ ਕੁਐਸਚਨ ਆਉਣੇ ਆ ਕਿਸੇ ਹਰੇਕ ਟੌਪਿਕ ਦੇ ਵਿੱਚੋਂ। ਜੇ ਆਪਾਂ ਡਿਵਾਈਡ ਕਰਕੇ ਦੇਖੀਏ 9 ਤੇ 30 ਨੂੰ, ਤਾਂ ਕਿੰਨੇ ਕੁ ਕੁਐਸਚਨ ਬਣਦੇ ਆ। ਹੁਣ ਇਹ ਤੁਹਾਡੇ ਤੇ ਆ ਕਿ ਤੁਸੀਂ ਲੋ ਲੈਵਲ ਤੋਂ ਲੈ ਕੇ ਹਾਈ ਲੈਵਲ ਤੱਕ ਦੀ ਤਿਆਰੀ ਰੱਖਣੀ ਆ ਆਪਣੀ, ਕਿਉਂਕਿ ਪੇਪਰ ਦੇ ਵਿੱਚ ਕੋਈ ਵੀ ਕੁਐਸਚਨ ਕਿਸੇ ਵੀ ਤਰ੍ਹਾਂ ਘੁਮਾ ਫਿਰਾ ਕੇ ਆ ਸਕਦਾ। ਇਸ ਕਰਕੇ ਤੁਸੀਂ ਹਰੇਕ ਵੀਡੀਓ ਨੂੰ ਪੂਰੇ ਧਿਆਨ ਨਾਲ ਦੇਖਿਆ ਕਰੋ, ਇੱਕ ਵੀ ਕੁਐਸਚਨ ਨਹੀਂ ਮਿਸ ਕਰਨਾ, ਹਰੇਕ ਨੂੰ ਸਮਝ ਕੇ ਕਰਨ ਦੀ ਕੋਸ਼ਿਸ਼ ਕਰਨਾ। ਤਾਂ ਜ਼ਿਆਦਾ ਟਾਈਮ ਵੇਸਟ ਨਾ ਕਰਦੇ ਹੋਏ ਅਸੀਂ ਵੀਡੀਓ ਨੂੰ ਸਟਾਰਟ ਕਰਦੇ ਹਾਂ। ਜੇਕਰ ਤੁਹਾਨੂੰ ਵੀਡੀਓ ਚੰਗੀ ਲੱਗੇ ਤਾਂ ਪਲੀਜ਼ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦੇਣਾ। ਕੁਐਸਚਨ ਨੰਬਰ 1, ਇਹਨਾਂ ਵਿੱਚੋਂ ਵਿਟਾਮਿਨ ਏ ਦਾ ਸਭ ਤੋਂ ਵਧੀਆ ਸਰੋਤ ਕਿਹੜਾ ਹੈ? ਹਾਂਜੀ, ਵਿਟਾਮਿਨ ਏ ਦਾ ਸਭ ਤੋਂ ਵਧੀਆ ਸਰੋਤ ਕਿਹੜਾ ਵਾ? ਗਾਜਰ। ਆਪਸ਼ਨ ਨੰਬਰ ਬੀ ਇਜ਼ ਦਾ ਰਾਈਟ ਆਨਸਰ। ਹਾਂਜੀ, ਤੁਹਾਨੂੰ ਵੀ ਸੋਚਣ ਦਾ ਸਮਾਂ ਦਿੱਤਾ ਜਾਵੇਗਾ। ਬਹੁਤ ਸਾਰੇ ਸਟੂਡੈਂਟਸ ਦੇ ਕਮੈਂਟ ਆਉਂਦੇ ਨੇ ਕਿ ਸਾਨੂੰ ਵੀ ਸੋਚਣ ਦਾ ਸਮਾਂ ਦਿੱਤਾ ਜਾਵੇ, ਤਾਂ ਜੋ ਅਸੀਂ ਵੀ ਆਪਣਾ ਜੋ ਆਨਸਰ ਰਾਈਟ ਹੋ ਸਾਡੇ ਮਨ 'ਚ ਆਇਆ ਵਾ ਅਸੀਂ ਵੀ ਉਹਨੂੰ ਮੂਹਰੇ ਰੱਖ ਸਕੀਏ। ਤਾਂ ਹਾਂਜੀ, ਤੁਹਾਨੂੰ ਵੀ ਸੋਚਣ ਦਾ ਸਮਾਂ 3 ਸੈਕਿੰਡ ਦਿੱਤੇ ਜਾਣਗੇ। ਓਕੇ, ਕਿਹੜਾ ਰੋਗ ਹੋ ਜਾਂਦਾ ਹੈ? ਵਿਟਾਮਿਨ ਏ ਦੀ ਘਾਟ ਨਾਲ ਅੰਧਰਾਤਾ ਹੋ ਜਾਂਦਾ ਹੈ। ਠੀਕ ਹੈ, ਇਹ ਵੀ ਤੁਸੀਂ ਯਾਦ ਰੱਖਣਾ। ਵਿਟਾਮਿਨ ਏ ਤੇ ਤੁਸੀਂ ਯਾਦ ਰੱਖਣਾ ਕਿ ਅੰਧਰਾਤਾ ਹੋ ਜਾਂਦਾ ਹੈ। ਵਿਟਾਮਿਨ ਬੀ ਦੀ ਘਾਟ ਨਾਲ ਤੁਸੀਂ ਯਾਦ ਰੱਖਣਾ ਬੇਰੀ ਦਾ ਰੋਗ ਹੋ ਜਾਂਦਾ। ਠੀਕ ਹੈ, ਬੇਰੀ ਦਾ। ਵਿਟਾਮਿਨ ਸੀ ਦੀ ਘਾਟ ਨਾਲ ਤੁਸੀਂ ਯਾਦ ਰੱਖਣਾ ਸਕਰਵੀ ਦਾ ਰੋਗ ਹੋ ਜਾਂਦਾ ਹੈ, ਜਿਹੜਾ ਮਸੂੜਿਆਂ ਦਾ ਰੋਗ ਹੁੰਦਾ। ਠੀਕ ਹੈ, ਤੇ ਵਿਟਾਮਿਨ ਡੀ ਦੀ ਘਾਟ ਨਾਲ ਕੀ ਹੁੰਦਾ ਵਾ? ਹੱਡੀਆਂ ਅਤੇ ਦੰਦ ਕਮਜ਼ੋਰ ਹੋ ਜਾਂਦੇ ਆ। ਇਹ ਵੀ ਤੁਸੀਂ ਯਾਦ ਰੱਖਣਾ। ਠੀਕ ਹੈ ਜੀ, ਨੈਕਸਟ ਕੁਐਸਚਨ ਅਸੀਂ ਕਰਦੇ ਹਾਂ ਜੀ, ਖੱਟੇ ਫਲਾਂ ਵਿੱਚ ਸਭ ਤੋਂ ਵੱਧ ਮਾਤਰਾ ਵਿੱਚ ਕਿਹੜਾ ਵਿਟਾਮਿਨ ਮਿਲਦਾ ਹੈ? ਹਾਂਜੀ, ਖੱਟੇ ਫਲਾਂ ਦੇ ਵਿੱਚ ਸਭ ਤੋਂ ਵੱਧ ਮਾਤਰਾ ਦੇ ਵਿੱਚ ਕਿਹੜਾ ਵਿਟਾਮਿਨ ਹੁੰਦਾ ਹੈ? ਤਾਂ ਇਸ ਕੁਐਸਚਨ ਦਾ ਰਾਈਟ ਆਨਸਰ ਹੈ ਜੀ ਆਪਸ਼ਨ ਨੰਬਰ ਬੀ, ਵਿਟਾਮਿਨ ਸੀ। ਖੱਟੇ ਫਲਾਂ ਦੇ ਵਿੱਚ ਸਭ ਤੋਂ ਵੱਧ ਵਿਟਾਮਿਨ ਸੀ ਹੁੰਦਾ ਹੈ। ਆਪਸ਼ਨ ਨੰਬਰ ਬੀ ਇਜ਼ ਦਾ ਰਾਈਟ ਆਨਸਰ। ਤੇ ਵਿਟਾਮਿਨ ਸੀ ਦੀ ਘਾਟ ਨਾਲ ਕਿਹੜਾ ਰੋਗ ਹੁੰਦਾ? ਸਕਰਵੀ ਦਾ ਰੋਗ ਹੁੰਦਾ, ਜਿਹੜਾ ਕਿ ਮਸੂੜਿਆਂ ਦਾ ਰੋਗ ਹੁੰਦਾ। ਠੀਕ ਹੈ ਜੀ, ਨੈਕਸਟ ਕੁਐਸਚਨ ਅਸੀਂ ਕਰਦੇ ਹਾਂ ਜੀ। ਇੱਥੇ ਹੁਣ ਖੱਟੇ ਫਲ ਕਿਹੜੇ ਕਿਹੜੇ ਹੋ ਗਏ? ਆਮਲਾ ਹੋ ਗਿਆ, ਨਿੰਬੂ ਹੋ ਗਿਆ। ਠੀਕ ਹੈ, ਇਹ ਵੀ ਇਹਨਾਂ ਦੇ ਵਿੱਚ ਵੀ ਜਿਹੜਾ ਸਭ ਤੋਂ ਵੱਧ ਇਹ ਖੱਟੇ ਹੁੰਦੇ ਆ ਨਾ, ਤੇ ਇਹਨਾਂ ਦੇ ਵਿੱਚ ਵੀ ਸਭ ਤੋਂ ਵੱਧ ਵਿਟਾਮਿਨ ਹੁੰਦਾ ਵਾ। ਇਸ ਤੋਂ ਇਲਾਵਾ ਜਿੰਨੇ ਵੀ ਪੀਲੇ ਰੰਗ ਦੇ ਹੋ ਗਏ, ਪੀਲੇ ਜਾਂ ਖੱਟੇ ਰੰਗ ਦੇ ਫਲ ਹੋ ਗਏ, ਜਿਵੇਂ ਪਪੀਤਾ ਹੋ ਗਿਆ। ਠੀਕ ਹੈ, ਇਹਨਾਂ ਦੇ ਵਿੱਚ ਵੀ ਵਿਟਾਮਿਨ ਸੀ ਆ ਜਿਹੜਾ ਉਹ ਸਭ ਤੋਂ ਵੱਧ ਹੁੰਦਾ। ਫੋਰ ਐਗਜ਼ਾਮਪਲ ਆਂਡੇ ਦੀ ਤੁਸੀਂ ਗਿਰੀ ਦੇਖੀ ਹੋਣੀ, ਉਹ ਵੀ ਪੀਲੇ ਰੰਗ ਦੀ ਹੁੰਦੀ ਆ, ਉਸ ਦੇ ਵਿੱਚ ਵੀ ਵਿਟਾਮਿਨ ਸੀ ਹੁੰਦਾ। ਤੇ ਵੈਸੇ ਤਾਂ ਅੰਡੇ ਦੇ ਵਿੱਚ ਵਿਟਾਮਿਨ ਡੀ ਵੀ ਹੁੰਦਾ ਵਾ। ਠੀਕ ਹੈ, ਸਾਰੇ ਵਿਟਾਮਿਨ ਆ ਜਾਂਦੇ ਆ, ਮਲਟੀ ਵਿਟਾਮਿਨ ਹੁੰਦਾ ਉਹ ਵੀ, ਪਰ ਉਹਦੇ ਵਿੱਚ ਜ਼ਿਆਦਾਤਰ ਵਿਟਾਮਿਨ ਡੀ ਹੁੰਦਾ ਵਾ। ਨੈਕਸਟ ਕੁਐਸਚਨ ਅਸੀਂ ਕਰਦੇ ਹਾਂ ਜੀ, ਉਸ ਵਿਟਾਮਿਨ ਦੀ ਪਹਿਚਾਣ ਕਰੋ ਜਿਸ ਨੂੰ ਸਾਡਾ ਸਰੀਰ ਸੂਰਜ ਦੀ ਰੋਸ਼ਨੀ ਦੀ ਮੌਜੂਦਗੀ ਵਿੱਚ ਤਿਆਰ ਕਰਦਾ ਹੈ। ਹਾਂਜੀ, ਸਾਨੂੰ ਸਭ ਨੂੰ ਹੀ ਪਤਾ ਹੈ ਕਿ ਸੂਰਜ ਤੋਂ ਸਾਨੂੰ ਕਿਹੜਾ ਵਿਟਾਮਿਨ ਮਿਲਦਾ ਹੈ। ਇਸੇ ਲੋ ਲੈਵਲ ਤੋਂ ਲੈ ਕੇ ਅਸੀਂ ਹਾਈ ਲੈਵਲ ਤੱਕ ਦੀ ਸਾਇੰਸ ਤੇ ਟੈਕਨੋਲੋਜੀ ਹੈ ਜਿਹੜੀ ਤੁਹਾਡੀ ਕਵਰ ਕਰਾਂਗੇ, ਪਰ ਇਹਦੇ ਨਾਲ ਹੀ ਤੁਸੀਂ ਇਹ ਲੋ ਲੈਵਲ ਆ ਜੋ ਇਸ ਨੂੰ ਐਜ਼ ਅ ਟੈਸਟ ਮੰਨਦੇ ਹੋਏ ਹੀ ਅਟੈਂਪਟ ਕਰਨ ਦੀ ਕੋਸ਼ਿਸ਼ ਜ਼ਰੂਰ ਕਰਨਾ। ਆਪਸ਼ਨ ਨੰਬਰ ਸੀ ਇਜ਼ ਦਾ ਰਾਈਟ ਆਨਸਰ, ਵਿਟਾਮਿਨ ਡੀ। ਵਿਟਾਮਿਨ ਡੀ ਹੈ ਜਿਹੜਾ ਇਹ ਸਾਨੂੰ ਸੂਰਜ ਦੀ ਰੋਸ਼ਨੀ ਤੋਂ ਮਿਲਦਾ ਵਾ। ਤੇ ਤੁਹਾਨੂੰ ਕੁਐਸਚਨ ਕੀ ਆਇਆ ਹੋਇਆ? ਉਸ ਵਿਟਾਮਿਨ ਦੀ ਪਹਿਚਾਣ ਕਰੋ ਜਿਸ ਨੂੰ ਸਾਡਾ ਸਰੀਰ ਸੂਰਜ ਦੀ ਰੋਸ਼ਨੀ ਦੀ ਮੌਜੂਦਗੀ ਵਿੱਚ ਤਿਆਰ ਕਰਦਾ। ਠੀਕ ਹੈ, ਨੈਕਸਟ ਕੁਐਸਚਨ ਅਸੀਂ ਕਰਦੇ ਹਾਂ ਜੀ, ਭੋਜਨ ਵਿੱਚ ਪ੍ਰੋਟੀਨ ਦੀ ਘਾਟ ਹੋਣ ਵਾਲਾ ਰੋਗ। ਹਾਂਜੀ, ਭੋਜਨ ਵਿੱਚ ਪ੍ਰੋਟੀਨ ਦੀ ਘਾਟ ਕਾਰਨ ਕਿਹੜਾ ਰੋਗ ਹੋ ਜਾਂਦਾ ਹੈ? ਭੋਜਨ ਵਿੱਚ ਪ੍ਰੋਟੀਨ ਦੀ ਘਾਟ ਹੋਣ ਕਾਰਨ ਕਵਾਸੀਓਕਰ ਹੋ ਜਾਂਦਾ ਵਾ। ਠੀਕ ਆ, ਆਪਸ਼ਨ ਨੰਬਰ ਸੀ ਇਜ਼ ਦਾ ਰਾਈਟ ਆਨਸਰ। ਨੈਕਸਟ ਕੁਐਸਚਨ ਅਸੀਂ ਕਰਦੇ ਹਾਂ ਜੀ, ਵਿਟਾਮਿਨ। ਹਾਂਜੀ, ਇਹਨਾਂ ਦੇ ਵਿੱਚੋਂ ਕਿਹੜਾ ਵਿਟਾਮਿਨ ਹੈ ਜਿਹੜਾ ਕਿ ਖੂਨ ਦੇ ਜੰਮਣ ਵਿੱਚ ਜ਼ਰੂਰੀ ਹੁੰਦਾ ਹੈ? ਹਾਂਜੀ, ਖੂਨ ਦੇ ਜੰਮਣ ਲਈ ਕਿਹੜਾ ਵਿਟਾਮਿਨ ਜ਼ਰੂਰੀ ਹੁੰਦਾ ਹੈ?
ਜਿਹੜੇ ਵੀ ਸਟੂਡੈਂਟਸ ਨੂੰ ਪਤਾ 3 ਸੈਕਿੰਡ ਵੀ ਆ ਸਕਦਾ ਕਿ ਕਿਹੜਾ ਵਿਟਾਮਿਨ ਖੂਨ ਦਾ ਥੱਕਾ ਜਮਾਉਣ ਦੇ ਵਿੱਚ ਸਹਾਇਕ ਹੁੰਦਾ ਹੈ। ਠੀਕ ਹੈ, ਇਹ ਹੁਣ ਉਹ ਕਿਹੜਾ ਵਿਟਾਮਿਨ ਹੈ ਜਿਹੜਾ ਖੂਨ ਦੇ ਜੰਮਣ ਦੇ ਲਈ ਜ਼ਰੂਰੀ ਹੁੰਦਾ ਹੈ। ਤਾਂ ਇਸ ਕੁਐਸਚਨ ਦਾ ਰਾਈਟ ਆਨਸਰ ਹੈ ਜੀ ਆਪਸ਼ਨ ਨੰਬਰ ਡੀ, ਵਿਟਾਮਿਨ ਕੇ। ਤੁਸੀਂ ਦੇਖਿਆ ਹੋਣਾ ਜਦੋਂ ਵੀ ਸਾਡੇ ਕੋਈ ਸੱਟ ਵਗੈਰਾ ਲੱਗ ਜਾਂਦੀ ਹੈ, ਠੀਕ ਹੈ, ਉਸ ਦੇ ਵਿੱਚ ਜਦੋਂ ਖੂਨ ਵਹਿੰਦਾ, ਮੰਨ ਲਓ ਕੋਈ ਬਲੇਟ ਵੱਜਿਆ ਜਾਂ ਕੋਈ ਕਰਦ ਵੱਜਦੀ ਆ, ਤਾਂ ਉਸ ਦੇ ਵਿੱਚੋਂ ਥੋੜ੍ਹੇ ਜਿਹੇ ਟਾਈਮ ਬਾਅਦ ਹੀ ਸਾਡਾ ਖੂਨ ਆ ਜਿਹੜਾ ਉਹ, ਕਈਆਂ ਦੇ ਤਾਂ ਕੀ ਹੁੰਦਾ ਵਾ ਕਿ ਖੂਨ ਜ਼ਿਆਦਾ ਵਹਿੰਦਾ ਹੀ ਰਹਿੰਦਾ ਥੋੜ੍ਹੀ ਦੇਰ ਤੱਕ, ਪਰ ਕਈ ਵਾਰ ਕੀ ਤੁਸੀਂ ਦੇਖਿਆ ਕੁਝ ਕੁ ਸੈਕਿੰਡ ਬਾਅਦ ਖੂਨ ਆਪਣੇ ਆਪ ਜੰਮ ਜਾਂਦਾ। ਠੀਕ ਹੈ, ਉਹ ਜਿਹੜਾ ਜੰਮ ਜਾਂਦਾ ਉਹ ਵਿਟਾਮਿਨ ਕੇ ਦੀ ਵਜ੍ਹਾ ਕਰਕੇ ਜੰਮਦਾ। ਪਰ ਜਦੋਂ ਸਾਡੇ 'ਚ ਵਿਟਾਮਿਨ ਕੇ ਦੀ ਘਾਟ ਹੋਵੇ ਖੂਨ ਜੰਮਦਾ ਨਹੀਂ, ਉਹ ਵਹਿੰਦਾ ਹੀ ਰਹਿੰਦਾ। ਠੀਕ ਹੈ, ਮਤਲਬ ਵਹਿੰਦਾ ਰਹਿੰਦਾ ਮਤਲਬ ਵਗਦਾ ਹੀ ਰਹਿੰਦਾ। ਕੋਈ ਵੀ ਸੱਟ ਹੋਵੇ, ਜਿਵੇਂ ਵੱਡੀ ਸੱਟ ਵੀ ਲੱਗ ਸਕਦੀ ਹੈ ਕੋਈ, ਤਾਂ ਖੂਨ ਦਾ ਥੱਕਾ ਜਦੋਂ ਸਾਡੇ 'ਚ ਵਿਟਾਮਿਨ ਕੇ ਦੀ ਘਾਟ ਹੋਗੀ ਤਾਂ ਖੂਨ ਨੇ ਵਗੀ ਜਾਣਾ ਵਾ। ਪਰ ਉਸ ਤੋਂ ਇਲਾਵਾ ਜੇਕਰ ਸਾਡੇ ਵਿੱਚ ਵਿਟਾਮਿਨ ਕੇ ਪੂਰੀ ਸਹੀ ਮਾਤਰਾ ਦੇ ਵਿੱਚ ਆ ਤਾਂ ਤੁਸੀਂ ਦੇਖਿਓ 2-3 ਸੈਕਿੰਡ ਦੇ ਬਾਅਦ ਜਾਂ 2 ਮਿੰਟ ਵੀ ਲੱਗ ਸਕਦੇ, ਜੇਕਰ ਸੱਟ ਡੂੰਘੀ ਹੈ ਤਾਂ ਖੂਨ ਆਪਣੇ ਆਪ ਜੰਮਣਾ ਸ਼ੁਰੂ ਹੋ ਜਾਂਦਾ। ਨੈਕਸਟ ਕੁਐਸਚਨ ਅਸੀਂ ਕਰਦੇ ਹਾਂ ਜੀ, ਮਾਰੂਪੂਸ ਰੋਗ। ਹਾਂਜੀ, ਮਾਰੂਪੂਸ ਰੋਗ ਕਿਹੜੇ ਵਿਟਾਮਿਨ ਦੀ ਘਾਟ ਕਰਕੇ ਹੁੰਦਾ ਵਾ? ਮਾਰੂਪੂਸ ਰੋਗ ਵਿਟਾਮਿਨ B12 ਦੀ ਘਾਟ ਕਾਰਨ ਹੁੰਦਾ। ਆਪਸ਼ਨ ਨੰਬਰ ਏ ਇਜ਼ ਦਾ ਰਾਈਟ ਆਨਸਰ। ਨੈਕਸਟ ਕੁਐਸਚਨ, ਆਮਲੇ ਵਿੱਚ ਸਭ ਤੋਂ ਵੱਧ ਕਿਹੜਾ ਵਿਟਾਮਿਨ ਹੁੰਦਾ? ਮੈਂ ਆਲਰੇਡੀ ਤੁਹਾਨੂੰ ਦੱਸ ਚੁੱਕੀ ਹਾਂ, ਆਮਲਾ ਖੱਟਾ ਹੁੰਦਾ, ਖਾਣ ਦੇ ਵਿੱਚ ਖੱਟਾ ਹੁੰਦਾ ਵਾ, ਤਾਂ ਉਸ ਦੇ ਵਿੱਚ ਕੀ ਆ? ਵਿਟਾਮਿਨ ਸੀ ਹੁੰਦਾ ਵਾ। ਆਪਸ਼ਨ ਨੰਬਰ ਬੀ ਇਜ਼ ਦਾ ਰਾਈਟ ਆਨਸਰ। ਨੈਕਸਟ ਕੁਐਸਚਨ ਅਸੀਂ ਕਰਦੇ ਹਾਂ ਜੀ, ਆਮ ਸਰਦੀ ਤੇ ਜ਼ੁਕਾਮ ਦਾ ਕਾਰਨ ਹੈ। ਹਾਂਜੀ, ਆਮ ਸਰਦੀ ਤੇ ਜ਼ੁਕਾਮ ਦਾ ਕਾਰਨ ਕੀ ਹੈ? ਵਿਸ਼ਾਣੂ ਹੁੰਦੇ ਆ, ਪ੍ਰੋਟੋਜ਼ੋਆ ਹੁੰਦੇ ਆ, ਜੀਵਾਣੂ ਹੁੰਦੇ ਆ, ਜਾਂ ਫੰਗਸ ਹੁੰਦੇ ਆ। ਆਮ ਸਰਦੀ ਤੇ ਜ਼ੁਕਾਮ ਦਾ ਕਾਰਨ ਹਮੇਸ਼ਾ ਹੀ ਵਿਸ਼ਾਣੂ ਹੁੰਦੇ ਆ, ਮਤਲਬ ਕਿ ਵਾਇਰਸ ਹੁੰਦਾ। ਵਿਸ਼ਾਣੂ ਨੂੰ ਕੀ ਬੋਲਦੇ ਆ ਅਸੀਂ? ਵਾਇਰਸ। ਵਿਸ਼ਾਣੂ ਬਾਹਰੋਂ ਤਾਂ ਮਰਿਆਂ ਵਰਗੇ ਹੀ ਹੁੰਦੇ ਆ, ਪਰ ਜਦੋਂ ਇਹ ਸਾਡੇ ਅੰਦਰ ਜਾਂਦੇ ਆ ਜਿਉਂਦੇ ਹੋ ਜਾਂਦੇ ਆ। ਆਪਸ਼ਨ ਨੰਬਰ ਏ ਇਜ਼ ਦਾ ਰਾਈਟ ਆਨਸਰ। ਨੈਕਸਟ ਕੁਐਸਚਨ, ਤੰਬਾਕੂ ਦੀ ਲਗਾਤਾਰ ਵਰਤੋਂ ਨਾਲ ਕਿਸ ਰੋਗ ਦੀ ਸੰਭਾਵਨਾ ਹੋ ਸਕਦੀ ਹੈ? ਹਾਂਜੀ, ਤੰਬਾਕੂ ਦੀ ਲਗਾਤਾਰ ਵਰਤੋਂ ਦੇ ਨਾਲ ਕਿਹੜੇ ਰੋਗ ਦੀ ਸੰਭਾਵਨਾ ਹੁੰਦੀ ਆ? ਇਹਨਾਂ ਦੇ ਵਿੱਚੋਂ ਤੰਬਾਕੂ ਦੀ ਲਗਾਤਾਰ ਮਾਤਰਾ ਦੇ ਨਾਲ ਫੇਫੜਿਆਂ ਦੇ ਕੈਂਸਰ ਹੋਣ ਦੀ ਸੰਭਾਵਨਾ ਹੁੰਦੀ ਆ। ਆਪਸ਼ਨ ਨੰਬਰ ਏ ਇਜ਼ ਦਾ ਰਾਈਟ ਆਨਸਰ। ਨੈਕਸਟ ਕੁਐਸਚਨ, ਇਹਨਾਂ ਵਿੱਚੋਂ ਸਹੀ ਜੋੜੇ ਦੀ ਪਹਿਚਾਣ ਕਰੋ। ਹਾਂਜੀ, ਇਹਨਾਂ ਦੇ ਵਿੱਚੋਂ ਕਿਹੜਾ ਜੋੜਾ ਸਹੀ ਹੈ? ਹਾਂਜੀ, ਇਹਨਾਂ ਦੇ ਵਿੱਚੋਂ ਸਭ ਤੋਂ ਪਹਿਲਾਂ ਤੁਹਾਨੂੰ ਮੈਂ ਦੱਸਿਆ ਸੀ ਕਿ ਜ਼ੁਕਾਮ ਆ ਜਿਹੜਾ ਉਹ ਵਿਸ਼ਾਣੂ ਦੇ ਨਾਲ ਹੁੰਦਾ, ਨਾ ਕਿ ਪ੍ਰੋਟੋਜ਼ੋਆ ਦੇ ਨਾਲ। ਠੀਕ ਹੈ, ਤੇ ਉਸ ਤੋਂ ਬਾਅਦ ਮਲੇਰੀਆ ਕੋਈ ਫੰਗਸ ਦੇ ਨਾਲ ਨਹੀਂ ਹੁੰਦਾ। ਹੈਜ਼ਾ ਵਾ ਜਿਹੜਾ ਉਹ ਜੀਵਾਣੂਆਂ ਦੇ ਨਾਲ ਹੁੰਦਾ। ਤਾਂ ਆਪਸ਼ਨ ਨੰਬਰ ਬੀ ਇਜ਼ ਦਾ ਰਾਈਟ ਆਨਸਰ। ਇਹ ਤੁਸੀਂ ਯਾਦ ਰੱਖਣਾ। ਨੈਕਸਟ ਕੁਐਸਚਨ, ਇਹਨਾਂ ਵਿੱਚੋਂ ਕਿਹੜਾ ਭੋਜਨ ਨੂੰ ਵਿਸੇਲਾ ਕਰਨ ਵਿੱਚ ਸੂਖਮ ਜੀਵ ਨਹੀਂ ਹੈ? ਹਾਂਜੀ, ਇਹਨਾਂ ਦੇ ਵਿੱਚੋਂ ਕਿਹੜਾ ਭੋਜਨ ਨੂੰ ਵਿਸੇਲਾ ਕਰਨ ਦੇ ਵਿੱਚ ਸੂਖਮ ਜੀਵ ਨਹੀਂ ਹੈ? ਤਾਂ ਇਹਨਾਂ ਦੇ ਵਿੱਚੋਂ ਨਹੀਂਗਾ, ਕਿਹੜਾ ਨਹੀਂਗਾ? HIV। ਆਪਸ਼ਨ ਨੰਬਰ ਡੀ ਇਜ਼ ਦਾ ਰਾਈਟ ਆਨਸਰ। ਠੀਕ ਹੈ ਜੀ, ਉਸ ਤੋਂ ਇਲਾਵਾ ਜੇਕਰ ਅਸੀਂ ਇਹਨਾਂ 3 ਆਪਸ਼ਨਾਂ ਦੀ ਗੱਲ ਕਰੀਏ, ਇਹ ਇੱਕ ਤਰ੍ਹਾਂ ਦੀ ਬੈਕਟੀਰੀਆ ਦੀ ਫੈਮਿਲੀ ਆ। ਠੀਕ ਹੈ, ਤੇ ਇਹ ਭੋਜਨ ਨੂੰ ਵਿਸੇਲਾ ਕਰ ਦਿੰਦੇ ਆ, ਪਰ HIV ਹੈ ਜਿਹੜਾ ਉਹ ਭੋਜਨ ਨੂੰ ਵਿਸੇਲਾ ਨਹੀਂ ਕਰਦਾ। ਹਾਂਜੀ, ਨੈਕਸਟ ਕੁਐਸਚਨ, ਇਹਨਾਂ ਵਿੱਚੋਂ ਕਿਹੜੀ ਬਿਮਾਰੀ ਮੱਛਰ ਦੇ ਕੱਟਣ ਨਾਲ ਨਹੀਂ ਫੈਲਦੀ? ਦੇਖੋ, ਨਹੀਂ ਫੈਲਦੀ ਲਿਖਿਆ। ਠੀਕ ਹੈ, ਤੁਸੀਂ ਪੇਪਰ ਦੇ ਵਿੱਚ ਕਾਹਲੀ ਨਹੀਂ ਕਰਨੀ, ਤੁਸੀਂ ਇਹ ਦੇਖਣਾ ਵਾ ਕਿ ਕੀ ਬੋਲ ਰਿਹਾ ਵਾ ਉਹ ਪੇਪਰ ਦੇ ਵਿੱਚ। ਇਹਨਾਂ ਵਿੱਚੋਂ ਕਿਹੜੀ ਬਿਮਾਰੀ ਮੱਛਰ ਦੇ ਕੱਟਣ ਨਾਲ ਨਹੀਂ ਫੈਲਦੀ? ਹਾਂਜੀ, ਇਹਨਾਂ ਦੇ ਵਿੱਚੋਂ ਦੇਖੋ, ਮਲੇਰੀਆ ਮੱਛਰ ਦੇ ਨਾਲ ਫੈਲਦਾ ਵਾ, ਡੇਂਗੂ ਵੀ ਮੱਛਰ ਦੇ ਨਾਲ ਹੀ ਫੈਲਦਾ ਵਾ, ਫਾਈਲੇਰੀਅਸ ਇਹ ਵੀ ਮੱਛਰ ਦੇ ਨਾਲ ਹੀ ਹੁੰਦਾ ਵਾ, ਪਰ ਜਿਗਰ ਦੀ ਜਿਹੜੀ ਸੋਜ ਆ ਉਹ ਮੱਛਰ ਦੇ ਕੱਟਣ ਨਾਲ ਨਹੀਂ ਹੁੰਦੀ। ਨੈਕਸਟ ਕੁਐਸਚਨ, ਇਹਨਾਂ ਵਿੱਚੋਂ ਕਿਹੜੀ ਬਿਮਾਰੀ ਛੂਤ ਦੀ ਬਿਮਾਰੀ ਹੈ? ਹਾਂਜੀ, ਇਹਨਾਂ ਦੇ ਵਿੱਚੋਂ ਕਿਹੜੀ ਬਿਮਾਰੀ ਆ ਜਿਹੜੀ ਛੂਤ ਦੀ ਬਿਮਾਰੀ ਆ? ਤਾਂ ਦੇਖੋ, ਸ਼ੱਕਰ ਰੋਗ, ਕੈਂਸਰ ਤੇ ਗਿੱਲੜ, ਇਹ ਰੋਗ ਆ ਜਿਹੜੇ ਇਹ ਫੈਲਦੇ ਨਹੀਂ। ਯਾਨੀ ਕਿ ਛੂਤ ਦੀ ਬਿਮਾਰੀ ਦਾ ਹੋਣ ਮਤਲਬ ਕੀ ਹੈ? ਜਿਹੜੀ ਇੱਕ ਵਿਅਕਤੀ ਤੋਂ ਦੂਜੇ ਵਿਅਕਤੀ ਤੱਕ ਫੈਲਦੀ ਆ, ਤੇ ਤਿੰਨੇ ਰੋਗ ਇੱਕ ਵਿਅਕਤੀ ਤੋਂ ਦੂਜੇ ਵਿਅਕਤੀ ਤੱਕ ਨਹੀਂ ਫੈਲਦੇ, ਤਾਂ ਇਹਨੂੰ ਕੀ ਕਹਾਂਗੇ? ਛੂਤ ਦੀ ਬਿਮਾਰੀ ਨਹੀਂ ਗੀ। ਉਹਨਾਂ ਨੇ ਪੁੱਛਿਆ ਕਿ ਕਿਹੜੀ ਆ? ਹੈਜ਼ਾ ਵਾ ਜਿਹੜਾ ਇੱਕ ਵਿਅਕਤੀ ਤੋਂ ਦੂਸਰੇ ਵਿਅਕਤੀ ਤੱਕ ਫੈਲਦਾ, ਤੇ ਇਹ ਕੀ ਆ? ਛੂਤ ਦੀ ਬਿਮਾਰੀ ਆ। ਨੈਕਸਟ ਕੁਐਸਚਨ, ਇਹਨਾਂ ਵਿੱਚੋਂ ਕਿਹੜਾ ਰੋਗ ਜੀਵਾਣੂਆਂ ਦੁਆਰਾ ਨਹੀਂ ਹੁੰਦਾ? ਹਾਂਜੀ, ਇਹਨਾਂ ਦੇ ਵਿੱਚੋਂ ਕਿਹੜਾ ਰੋਗ ਆ ਜਿਹੜਾ ਜੀਵਾਣੂਆਂ ਦੁਆਰਾ ਨਹੀਂ ਹੁੰਦਾ, ਜਾਣੀ ਕਿ ਬੈਕਟੀਰੀਆ ਦੁਆਰਾ ਨਹੀਂ ਫੈਲਦਾ? ਠੀਕ ਹੈ, ਇਹਨਾਂ ਦੇ ਵਿੱਚੋਂ ਕਿਹੜਾ ਰੋਗ ਆ ਉਹ ਜਿਹੜਾ ਬੈਕਟੀਰੀਆ ਦੁਆਰਾ ਨਹੀਂ ਫੈਲਦਾ? ਖਸਰਾ।
ਖਸਰਾ ਬੈਕਟੀਰੀਆ ਦੁਆਰਾ ਨਹੀਂ ਫੈਲਦਾ। ਇਸ ਤੋਂ ਇਲਾਵਾ ਟਾਈਫਾਇਡ ਬੈਕਟੀਰੀਆ ਦੁਆਰਾ ਫੈਲਦਾ ਵਾ। ਕੋਹੜ ਵੀ ਕੋਹੜ ਮਤਲਬ ਜਿਹੜੀ ਖਾਜ ਪੈਂਦੀ ਆ ਉਹ ਵੀ ਟੀਵੀ ਜੀਵਾਣੂਆਂ ਦੁਆਰਾ ਫੈਲਦੀ ਹੈ। ਤਪਦਿਕ ਵੀ ਜੀਵਾਣੂਆਂ ਦੁਆਰਾ ਫੈਲਦੀ ਹੈ। ਠੀਕ ਹੈ, ਖਸਰਾ ਵਾ ਜਿਹੜਾ ਉਹ ਜੀਵਾਣੂਆਂ ਦੁਆਰਾ ਨਹੀਂ ਫੈਲਦਾ। ਨੈਕਸਟ ਕੁਐਸਚਨ, ਸੂਖਮ ਜੀਵ ਜੋ ਕਦੇ-ਕਦੇ ਡੱਬਾਬੰਦ ਭੋਜਨ ਨੂੰ ਜ਼ਹਿਰੀਲਾ ਬਣਾ ਦਿੰਦੇ ਆ। ਹਾਂਜੀ, ਕਿਹੜੇ ਸੂਖਮ ਜੀਵ ਹੁੰਦੇ ਆ ਜਿਹੜੇ ਡੱਬੇ 'ਚ ਬੰਦ ਪਏ ਭੋਜਨ ਨੂੰ ਵੀ ਜ਼ਹਿਰੀਲਾ ਬਣਾ ਦਿੰਦੇ ਆ? ਤਾਂ ਇਹ ਹੁੰਦੇ ਆ ਜੀ ਬੋਟੂਲਿਜ਼ਮ ਪੈਦਾ ਕਰਨ ਵਾਲੇ ਵਿਸ਼ਾਣੂ। ਬੋਟੂਲਿਜ਼ਮ ਪੈਦਾ ਕਰਨ ਵਾਲੇ ਵਿਸ਼ਾਣੂ ਡੱਬੇ 'ਚ ਪਏ ਬੰਦ ਭੋਜਨ ਨੂੰ ਵੀ ਜ਼ਹਿਰੀਲਾ ਬਣਾ ਦਿੰਦੇ ਆ। ਆਪਸ਼ਨ ਨੰਬਰ ਡੀ ਇਜ਼ ਦਾ ਰਾਈਟ ਆਨਸਰ। ਨੈਕਸਟ ਕੁਐਸਚਨ, ਹੀਮੋਗਲੋਬਿਨ ਵਿੱਚ ਪਾਏ ਜਾਣ ਵਾਲੇ ਮਹੱਤਵਪੂਰਨ ਤੱਤ ਦੀ ਪਹਿਚਾਣ ਕਰੋ। ਹਾਂਜੀ, ਹੀਮੋਗਲੋਬਿਨ ਦੇ ਵਿੱਚ ਕਿਹੜਾ ਇਹਨਾਂ ਦੇ ਵਿੱਚੋਂ ਸਭ ਤੋਂ ਮਹੱਤਵਪੂਰਨ ਤੱਤ ਪਾਇਆ ਜਾਂਦਾ? ਸਾਨੂੰ ਨਾਮ ਤੋਂ ਹੀ ਪਤਾ ਲੱਗ ਰਿਹਾ, ਅਸੀਂ ਇੰਨੇ ਵਾਰ ਸੁਣ ਚੁੱਕੇ ਹਾਂ। ਠੀਕ ਹੈ, ਤਾਂ ਹੀਮੋਗਲੋਬਿਨ ਦੇ ਵਿੱਚ ਲੋਹਾ ਪਾਇਆ ਜਾਂਦਾ। ਠੀਕ ਹੈ, ਆਪਸ਼ਨ ਨੰਬਰ ਬੀ ਇਜ਼ ਦਾ ਰਾਈਟ ਆਨਸਰ। ਨੈਕਸਟ ਕੁਐਸਚਨ, ਇਹਨਾਂ ਵਿੱਚ ਸਾਡੇ ਸਰੀਰ ਨੂੰ ਸਭ ਤੋਂ ਵੱਧ ਮੋਟਾ ਆਹਾਰ ਕਿਸ ਚੀਜ਼ ਰਾਹੀਂ ਪ੍ਰਾਪਤ ਹੁੰਦਾ ਹੈ? ਮੋਟੇ ਆਹਾਰ ਦੀ ਗੱਲ ਹੋ ਰਹੀ ਹੈ ਜੀ। ਇਹਨਾਂ ਦੇ ਵਿੱਚੋਂ ਸਾਡੇ ਸਰੀਰ ਨੂੰ ਸਭ ਤੋਂ ਵੱਧ ਮੋਟਾ ਆਹਾਰ ਕਿਸ ਚੀਜ਼ ਰਾਹੀਂ ਪ੍ਰਾਪਤ ਹੁੰਦਾ ਹੈ? ਦੇਖੋ, ਮੋਟਾ ਆਹਾਰ ਜਿਹੜਾ ਸਾਨੂੰ ਹਮੇਸ਼ਾ ਹੀ ਕਣਕ ਤੋਂ ਪ੍ਰਾਪਤ ਹੁੰਦਾ। ਆਪਸ਼ਨ ਨੰਬਰ ਸੀ ਇਜ਼ ਦਾ ਰਾਈਟ ਆਨਸਰ। ਨੈਕਸਟ ਕੁਐਸਚਨ ਅਸੀਂ ਕਰਦੇ ਹਾਂ ਜੀ, ਭੋਜਨ ਵਿੱਚ ਲੋਹੇ ਦੀ ਘਾਟ ਕਾਰਨ ਹੁੰਦਾ ਹੈ। ਹਾਂਜੀ, ਜਦੋਂ ਵੀ ਸਾਡੇ ਵਿੱਚ ਤੁਹਾਨੂੰ ਲੋਹੇ ਦੀ ਘਾਟ ਆ ਜੇ ਜਾਂ ਫਿਰ ਤੁਹਾਨੂੰ ਆ ਜੇ ਕਿ ਮਨੁੱਖੀ ਸਰੀਰ ਦੇ ਵਿੱਚ ਹੀਮੋਗਲੋਬਿਨ ਦੀ ਘਾਟ ਨਾਲ ਕੀ ਹੁੰਦਾ ਹੈ, ਤਾਂ ਵੀ ਤੁਸੀਂ ਅਨੀਮੀਆ ਹੀ ਲਗਾਓਗੇ। ਖੂਨ ਦੀ ਘਾਟ ਨਾਲ ਆ ਜੇ ਤਾਂ ਵੀ ਤੁਸੀਂ ਅਨੀਮੀਆ ਹੀ ਲਗਾਓਗੇ। ਠੀਕ ਹੈ, ਆਪਸ਼ਨ ਨੰਬਰ ਏ ਇਜ਼ ਦਾ ਰਾਈਟ ਆਨਸਰ। ਕਿ ਖੂਨ ਦੇ ਵਿੱਚ ਮਨੁੱਖੀ ਸਰੀਰ ਵਿੱਚ ਖੂਨ ਦੀ ਘਾਟ ਕਾਰਨ ਕੀ ਹੁੰਦਾ ਹੈ? ਅਨੀਮੀਆ। ਭੋਜਨ ਵਿੱਚ ਲੋਹੇ ਦੀ ਘਾਟ ਕਾਰਨ ਕੀ ਹੁੰਦਾ ਹੈ? ਅਨੀਮੀਆ। ਇਹ ਤੁਸੀਂ ਯਾਦ ਰੱਖਣਾ। ਨੈਕਸਟ ਕੁਐਸਚਨ, ਇੱਕ ਰੋਗ ਨੂੰ ਆਪਣੇ ਭੋਜਨ ਵਿੱਚ ਵਧੇਰੇ ਮੱਖਣ, ਪੱਤੇਦਾਰ ਸਬਜ਼ੀਆਂ ਰੋਗੀ ਲਿਖਿਆ। ਇੱਕ ਰੋਗੀ ਨੂੰ ਆਪਣੇ ਭੋਜਨ ਵਿੱਚ ਵਧੇਰੇ ਮੱਖਣ, ਪੱਤੇਦਾਰ ਸਬਜ਼ੀਆਂ ਅਤੇ ਫਲ ਸ਼ਾਮਿਲ ਕਰਨ ਦੀ ਸਲਾਹ ਦਿੱਤੀ ਗਈ। ਉਸ ਨੂੰ ਕਿਸ ਵਿਟਾਮਿਨ ਦੀ ਘਾਟ ਸੀ ਫਿਰ? ਹਾਂਜੀ ਦੱਸੋ। ਇੱਕ ਰੋਗੀ ਨੂੰ ਸਲਾਹ ਦਿੱਤੀ ਗਈ ਕਿ ਉਹ ਆਪਣੇ ਭੋਜਨ ਵਿੱਚ ਵਧੇਰੇ ਮੱਖਣ ਦੀ ਵਰਤੋਂ ਕਰੇ, ਪੱਤੇਦਾਰ ਸਬਜ਼ੀਆਂ ਦੀ ਵਰਤੋਂ ਕਰੇ, ਫਲਾਂ ਦੀ ਵਰਤੋਂ ਕਰੇ। ਤਾਂ ਉਹਦਾ ਮਤਲਬ ਉਹਦੇ ਵਿੱਚ ਕਿਹੜੇ ਵਿਟਾਮਿਨ ਦੀ ਘਾਟ ਸੀ? ਵਿਟਾਮਿਨ ਏ ਦੀ ਘਾਟ ਸੀ। ਹੁਣ ਦੇਖੋ ਤੁਸੀਂ, ਵਿਟਾਮਿਨ ਏ ਦੀ ਘਾਟ ਨੂੰ ਕਿਹੜੇ ਪੂਰਾ ਕਰਦੇ ਆ? ਮੱਖਣ, ਪੱਤੇਦਾਰ ਸਬਜ਼ੀਆਂ, ਹਰੀਆਂ ਪੱਤੇਦਾਰ ਸਬਜ਼ੀਆਂ ਅਤੇ ਫਲ ਸ਼ਾਮਿਲ ਆ। ਠੀਕ ਆ, ਇਹ ਤੁਸੀਂ ਯਾਦ ਰੱਖਣਾ। ਦੇਖੋ, ਇੱਕ ਕੁਐਸਚਨ ਤੋਂ ਤੁਹਾਨੂੰ 2 ਆਨਸਰ ਮਿਲ ਗਏ। ਨੈਕਸਟ ਕੁਐਸਚਨ, ਆਇਓਡੀਨ ਦੀ ਸਾਡੀ ਦੈਨਿਕ ਲੋੜੀਂਦੀ ਮਾਤਰਾ ਕਿੰਨੀ ਹੈ? ਹਾਂਜੀ, ਆਇਓਡੀਨ ਦੀ ਸਾਡੀ ਦੈਨਿਕ ਲੋੜੀਂਦੀ ਮਾਤਰਾ ਕਿੰਨੀ ਆ? ਤੇ ਇਸ ਕੁਐਸਚਨ ਦਾ ਰਾਈਟ ਆਨਸਰ ਹੈ ਜੀ ਆਪਸ਼ਨ ਨੰਬਰ ਸੀ 0.15 ਮਿਲੀਗ੍ਰਾਮ। 0.15 ਮਿਲੀਗ੍ਰਾਮ ਆ ਜਿਹੜਾ ਆਇਓਡੀਨ ਦੀ ਸਾਡੀ ਦੈਨਿਕ ਲੋੜੀਂਦੀ ਮਾਤਰਾ ਵਾ। ਠੀਕ ਹੈ ਜੀ, ਇਹ ਤੁਸੀਂ ਯਾਦ ਰੱਖਣਾ। ਨੈਕਸਟ ਕੁਐਸਚਨ, ਇਹਨਾਂ ਵਿੱਚੋਂ ਸਰੀਰ ਦਾ ਸਭ ਤੋਂ ਵੱਡਾ ਅੰਗ ਕਿਹੜਾ ਹੈ? ਹਾਂਜੀ, ਇਹਨਾਂ ਦੇ ਵਿੱਚੋਂ ਸਰੀਰ ਦਾ ਸਭ ਤੋਂ ਵੱਡਾ ਅੰਗ ਕਿਹੜਾ ਹੈ? ਗੁਰਦਾ ਹੈ, ਦਿਲ ਆ, ਦਿਮਾਗ ਆ ਜਾਂ ਜਿਗਰ ਆ? ਤਾਂ ਇਹਨਾਂ ਦੇ ਵਿੱਚੋਂ ਸਾਡੇ ਸਰੀਰ ਦਾ ਸਭ ਤੋਂ ਵੱਡਾ ਅੰਗ ਆ ਜਿਗਰ। ਆਪਸ਼ਨ ਨੰਬਰ ਡੀ ਇਜ਼ ਦਾ ਰਾਈਟ ਆਨਸਰ। ਨੈਕਸਟ ਕੁਐਸਚਨ, ਹੈਪੇਟਾਈਟਸ ਰੋਗ ਹੈ। ਹਾਂਜੀ, ਹੈਪੇਟਾਈਟਸ ਰੋਗ ਦਾ ਸੰਬੰਧ ਕਿਸ ਦੇ ਨਾਲ ਆ? ਹੈਪੇਟਾਈਟਸ ਰੋਗ ਦਾ ਸੰਬੰਧ ਗੁਰਦਿਆਂ ਦੇ ਨਾਲ ਆ। ਆਪਸ਼ਨ ਨੰਬਰ ਬੀ ਇਜ਼ ਦਾ ਰਾਈਟ ਆਨਸਰ। ਨੈਕਸਟ ਕੁਐਸਚਨ ਅਸੀਂ ਕਰਦੇ ਹਾਂ ਜੀ, ਡੇਂਗੂ ਬੁਖਾਰ ਦੇ ਵਿਸ਼ਾਣੂ ਦਾ ਵਾਹਕ ਹੈ। ਹਾਂਜੀ, ਇਹਨਾਂ ਦੇ ਵਿੱਚੋਂ ਕਿਹੜਾ ਡੇਂਗੂ ਬੁਖਾਰ ਦੇ ਵਿਸ਼ਾਣੂ ਦਾ ਵਾਹਕ ਹੈ? ਮੈਂ ਤੁਹਾਨੂੰ ਆਲਰੇਡੀ ਦੱਸਿਆ ਸੀ ਕਿ ਡੇਂਗੂ, ਮਲੇਰੀਆ, ਫਾਈਲੇਰੀਅਸਿਸ ਇਹ ਸਾਰੇ ਹੀ ਕਿਹਦੇ ਤੋਂ ਫੈਲਦੇ ਆ? ਮੱਛਰ ਤੋਂ ਫੈਲਦੇ ਆ। ਤਾਂ ਡੇਂਗੂ ਬੁਖਾਰ ਦੇ ਵਿਸ਼ਾਣੂ ਦਾ ਵਾਹਕ ਕੀ ਹੋਇਆ? ਮੱਛਰ। ਆਪਸ਼ਨ ਨੰਬਰ ਏ ਇਜ਼ ਦਾ ਰਾਈਟ ਆਨਸਰ। ਤੁਹਾਨੂੰ ਨਾ ਇੱਥੇ ਇਹ ਵੀ ਆ ਸਕਦਾ ਸੀ, ਇੱਥੇ ਮੱਖੀ ਸੀ। ਠੀਕ ਹੈ, ਮੱਖੀ। ਤੁਹਾਨੂੰ ਇੱਥੇ ਇਹ ਆ ਸਕਦਾ ਸੀ ਉਪਰੋਕਤ ਸਾਰੇ। ਤਾਂ ਜ਼ਿਆਦਾਤਰ ਸਟੂਡੈਂਟ ਉਪਰੋਕਤ ਸਾਰੇ ਲਗਾਉਣਗੇ। ਇਸ ਗੱਲ ਦਾ ਧਿਆਨ ਰੱਖਣਾ ਤੁਸੀਂ ਕਿ ਇੱਕ ਆਪਸ਼ਨ ਹੀ ਆਉਣੀ ਆ। ਇਹਨਾਂ ਵਿੱਚੋਂ ਕਿਹੜਾ ਵਿਸ਼ਾਣੂਆਂ ਦੁਆਰਾ ਉਤਪੰਨ ਹੋਣ ਵਾਲਾ ਰੋਗ ਆ? ਹਾਂਜੀ, ਕਿਹੜਾ ਬੈਕਟੀਰੀਆ ਦੁਆਰਾ ਉਤਪੰਨ ਹੁੰਦਾ? ਵਿਸ਼ਾਣੂਆਂ ਦੁਆਰਾ ਉਤਪੰਨ ਹੁੰਦਾ ਵਾ। ਤਾਂ ਵਿਸ਼ਾਣੂਆਂ ਦੁਆਰਾ ਕਿਹੜਾ ਮਤਲਬ ਵਾਇਰਸ ਦੁਆਰਾ ਕਿਹੜਾ ਉਤਪੰਨ ਹੁੰਦਾ ਇਹਨਾਂ ਦੇ ਵਿੱਚੋਂ? ਤਾਂ ਇਸ ਕੁਐਸਚਨ ਦਾ ਰਾਈਟ ਆਨਸਰ ਹੈ ਜੀ ਆਪਸ਼ਨ ਨੰਬਰ ਏ, ਹਲਕਾ। ਹਲਕਾ ਵਾ ਜਿਹੜਾ ਇਹ ਵਿਸ਼ਾਣੂਆਂ ਦੇ ਦੁਆਰਾ ਉਤਪੰਨ ਹੁੰਦਾ ਵਾ। ਠੀਕ ਹੈ ਜੀ। ਨੈਕਸਟ ਕੁਐਸਚਨ ਅਸੀਂ ਕਰਦੇ ਹਾਂ ਜੀ, ਇਹਨਾਂ ਵਿੱਚੋਂ ਕਿਹੜਾ ਖਣਿਜ ਦੀ ਘਾਟ ਕਾਰਨ ਹੋਣ ਵਾਲਾ ਰੋਗ ਨਹੀਂ ਹੈ? ਹਾਂਜੀ, ਇਹਨਾਂ ਦੇ ਵਿੱਚੋਂ ਖਣਿਜਾਂ ਦੀ ਘਾਟ ਦੇ ਨਾਲ ਦੇਖੋ ਅਨੀਮੀਆ ਹੁੰਦਾ ਵਾ, ਗਿੱਲੜ ਹੁੰਦਾ,
ਰਿਕਟਸ ਹੁੰਦਾ। ਵਿਟਾਮਿਨ ਡੀ ਦੀ ਘਾਟ ਨਾਲ ਰਿਕਟਸ ਦਾ ਰੋਗ ਹੁੰਦਾ, ਇਹ ਵੀ ਤੁਸੀਂ ਯਾਦ ਰੱਖਣਾ। ਵਿਟਾਮਿਨ ਡੀ ਦੀ ਘਾਟ ਨਾਲ ਕੀ ਹੁੰਦਾ? ਰਿਕਟਸ ਦਾ ਰੋਗ। ਤੇ ਇਹਨਾਂ ਵਿੱਚੋਂ ਕਿਹੜੇ ਖਣਿਜ ਦੀ ਘਾਟ ਨਾਲ ਹੋਣ ਵਾਲਾ ਰੋਗ ਨਹੀਂ ਹੈ? ਨਹੀਂ ਪੁੱਛਿਆ ਹੈ ਉਹਨਾਂ ਨੇ, ਠੀਕ ਹੈ, ਨਹੀਂ ਹੈ ਕੈਂਸਰ, ਇਹ ਤੁਸੀਂ ਯਾਦ ਰੱਖਣਾ। ਨੈਕਸਟ ਕੁਐਸਚਨ, ਇਹਨਾਂ ਵਿੱਚੋਂ ਕਿਹੜਾ ਵਿਸ਼ਾਣੂਆਂ ਦੁਆਰਾ ਫੈਲਣ ਵਾਲਾ, ਹੁਣ ਦੇਖੋ ਇੱਥੇ ਬਹੁਤ ਸਾਰੇ ਸਟੂਡੈਂਟ ਕੁਐਸਚਨ ਕਰਨਗੇ ਕਿ ਤੁਸੀਂ ਤਾਂ ਕਹਿ ਰਹੇ ਹੋ ਵਿਟਾਮਿਨ ਡੀ ਦੀ ਘਾਟ ਨਾਲ ਰਿਕਟਸ ਨਹੀਂ, ਮਤਲਬ ਰਿਕਟਸ ਹੁੰਦਾ ਵਾ ਵਿਟਾਮਿਨ ਡੀ ਦੀ ਘਾਟ ਨਾਲ। ਇੱਥੇ ਵੀ ਧਿਆਨ ਰੱਖਣਾ ਕਿ ਖਣਿਜ ਦੀ ਘਾਟ ਦੇ ਕਾਰਨ ਵੀ ਰਿਕਟਸ ਹੋ ਸਕਦਾ, ਪਰ ਜ਼ਿਆਦਾਤਰ ਚਾਂਸ ਹਮੇਸ਼ਾ ਹੀ ਵਿਟਾਮਿਨ ਡੀ ਦੇ ਵਿੱਚੋਂ ਹੁੰਦਾ, ਠੀਕ ਹੈ, ਇਸ ਗੱਲ ਦਾ ਤੁਸੀਂ ਧਿਆਨ ਰੱਖਣਾ। ਲੋਹੇ ਦੀ ਘਾਟ ਨਾਲ ਅਨੀਮੀਆ ਹੁੰਦਾ ਵਾ, ਠੀਕ ਹੈ, ਪਰ ਸਾਰੇ ਇਹ ਜਿਹੜੇ ਖਣਿਜ ਦੀ ਘਾਟ ਨਾਲ ਅਨੀਮੀਆ, ਗਿੱਲੜ, ਰਿਕਟਸ ਹੁੰਦੇ ਆ, ਪਰ ਕੈਂਸਰ ਨਹੀਂ ਹੁੰਦਾ। ਨੈਕਸਟ, ਇਹਨਾਂ ਵਿੱਚੋਂ ਕਿਹੜਾ ਵਿਸ਼ਾਣੂਆਂ ਦੁਆਰਾ ਫੈਲਣ ਵਾਲਾ ਰੋਗ ਨਹੀਂ ਹੈ? ਹਾਂਜੀ, ਕਿਹੜਾ ਰੋਗ ਆ ਜਿਹੜਾ ਇਹਨਾਂ ਦੁਆਰਾ ਵਿੱਚ ਵਿਸ਼ਾਣੂਆਂ ਦੁਆਰਾ ਨਹੀਂ ਫੈਲਦਾ? ਵਿਸ਼ਾਣੂ ਜਿਵੇਂ ਕਿ ਮੈਂ ਤੁਹਾਨੂੰ ਦੱਸਿਆ ਸੀਗਾ ਕਿ ਇਹ ਬਾਹਰੋਂ ਤਾਂ ਮਰਿਆਂ ਵਰਗੇ ਹੀ ਹੁੰਦੇ ਆ, ਪਰ ਜਦੋਂ ਸਾਡੇ ਸਰੀਰ ਦੇ ਅੰਦਰ ਚਲੇ ਜਾਂਦੇ ਆ, ਜਿਉਂਦੇ ਹੋ ਜਾਂਦੇ ਆ, ਫਿਰ ਇਹ ਗਾਂ ਦੀ ਗਾਂ ਇਨਫੈਕਸ਼ਨ ਕਰਦੇ ਹੀ ਰਹਿੰਦੇ ਆ। ਤਾਂ ਇਹਨਾਂ ਵਿੱਚੋਂ ਕਿਹੜਾ ਵਿਸ਼ਾਣੂਆਂ ਦੁਆਰਾ ਫੈਲਣ ਵਾਲਾ ਰੋਗ ਨਹੀਂ ਗਾ? ਹਾਂਜੀ, ਇਹਨਾਂ ਦੇ ਵਿੱਚ ਵਿਸ਼ਾਣੂਆਂ ਦੁਆਰਾ ਫੈਲਣ ਵਾਲਾ ਰੋਗ ਨਹੀਂ ਗਾ ਸਿਫਿਲਿਸ। ਆਪਸ਼ਨ ਨੰਬਰ ਏ ਇਜ਼ ਦਾ ਰਾਈਟ ਆਨਸਰ। ਤੇ ਇਸ ਤੋਂ ਇਲਾਵਾ ਵੱਡੀ ਮਾਤਾ, ਖਸਰਾ, ਏਡਜ਼, ਇਹ ਸਾਰੇ ਵਿਸ਼ਾਣੂਆਂ ਨਾਲ ਫੈਲਦੇ ਆ। ਨੈਕਸਟ ਕੁਐਸਚਨ ਅਸੀਂ ਕਰਦੇ ਹਾਂ ਜੀ, ਇਹਨਾਂ ਵਿੱਚੋਂ ਕਿਸ ਸਮੂਹ ਦੀਆਂ ਬਿਮਾਰੀਆਂ ਵਿਸ਼ਾਣੂਆਂ ਦੁਆਰਾ ਫੈਲਦੀਆਂ ਹਨ? ਹਾਂਜੀ, ਕਿਹੜੇ ਸਮੂਹ ਦੀਆਂ ਬਿਮਾਰੀਆਂ ਵਾ ਜਿਹੜੀਆਂ ਵਿਸ਼ਾਣੂਆਂ ਦੁਆਰਾ ਫੈਲਦੀਆਂ ਨੇ? ਤਾਂ ਇਸ ਦੇ ਵਿੱਚੋਂ ਜਿਹੜਾ ਖਸਰਾ ਵਾ, ਛੋਟੀ ਮਾਤਾ, ਇਹ ਮੈਂ ਤੁਹਾਨੂੰ ਪਹਿਲਾਂ ਹੀ ਦੱਸਿਆ ਕਿ ਇਹ ਵਿਸ਼ਾਣੂਆਂ ਦੁਆਰਾ ਫੈਲਦੇ ਆ, ਠੀਕ ਹੈ। ਤਾਂ ਆਪਸ਼ਨ ਨੰਬਰ ਸੀ ਇਜ਼ ਦਾ ਰਾਈਟ ਆਨਸਰ। ਕੰਜੈਕਟਿਵਾਈਟਿਸ, ਇਹ ਵੀ ਸਾਰੀਆਂ ਬਿਮਾਰੀਆਂ ਕੀ ਆ? ਉਹਦੇ ਨਾਲ ਫੈਲਦੀਆਂ ਨੇ, ਵਿਸ਼ਾਣੂਆਂ ਨਾਲ, ਇਹ ਤੁਸੀਂ ਯਾਦ ਰੱਖਣਾ। ਨੈਕਸਟ ਕੁਐਸਚਨ ਦੇਖੋ, ਇਹਨਾਂ ਦੇ ਵਿੱਚੋਂ ਉਹਨਾਂ ਨੇ ਇਹ ਪੁੱਛਿਆ ਵਾ, ਤੁਸੀਂ ਇਹ ਨਾ ਹੋਵੇ ਕਿ ਇੱਥੇ ਛੋਟੀ ਮਾਤਾ ਲਿਖਿਆ ਤੇ ਇੱਥੇ ਏਡਜ਼ ਲਿਖਿਆ ਤੇ ਇਹਨੂੰ ਟਿਕ ਕਰਾਓ, ਪਰ ਜਿਹੜਾ ਤਪਦੀਕਾ ਉਹ ਵਿਸ਼ਾਣੂ ਦੁਆਰਾ ਨਹੀਂ ਹੁੰਦਾ, ਠੀਕ ਹੈ। ਇਸ ਤੋਂ ਇਲਾਵਾ ਏਡਜ਼, ਸ਼ੱਕਰ ਰੋਗ, ਪੋਲੀਓ ਵਿਸ਼ਾਣੂਆਂ ਦੁਆਰਾ ਨਹੀਂ ਹੁੰਦਾ, ਠੀਕ ਹੈ। ਇਸ ਗੱਲ ਦਾ ਧਿਆਨ ਰੱਖਣਾ ਕਿ ਤਿੰਨੋਂ ਹੀ ਫੋਲੋ ਕਰਨ ਉਹਨੂੰ। ਨੈਕਸਟ ਕੁਐਸਚਨ, ਕੈਲਸ਼ੀਅਮ, ਫਾਸਫੋਰਸ ਅਤੇ ਵਿਟਾਮਿਨ ਡੀ ਦੀ ਘਾਟ ਕਾਰਨ ਕਿਹੜਾ ਰੋਗ ਹੋ ਜਾਂਦਾ ਹੈ? ਮੈਂ ਤੁਹਾਨੂੰ ਆਲਰੇਡੀ ਦੱਸਿਆ ਕਿ ਕੈਲਸ਼ੀਅਮ, ਵਿਟਾਮਿਨ ਡੀ ਦੀ ਘਾਟ ਨਾਲ ਰਿਕਟਸ ਹੁੰਦਾ ਵਾ, ਠੀਕ ਹੈ। ਉਸ ਤੋਂ ਇਲਾਵਾ ਕੈਲਸ਼ੀਅਮ, ਫਾਸਫੋਰਸ ਅਤੇ ਵਿਟਾਮਿਨ ਡੀ, ਇਹਨਾਂ ਤਿੰਨਾਂ ਨਾਲ ਪੁੱਛ ਰਿਹਾ ਉਹ। ਕੈਲਸ਼ੀਅਮ, ਫਾਸਫੋਰਸ ਅਤੇ ਵਿਟਾਮਿਨ ਡੀ ਦੀ ਘਾਟ ਨਾਲ ਕਿਹੜਾ ਰੋਗ ਹੁੰਦਾ ਵਾ? ਰਿਕਟਸ ਵੀ ਹੁੰਦਾ ਵਾ ਤੇ ਆਸਟੀਓਮਲੇਸੀਆ ਵੀ ਹੁੰਦਾ ਵਾ, ਠੀਕ ਹੈ, ਆਸਟੀਓਮਲੇਸੀਆ ਇਹ ਵੀ ਹੁੰਦਾ ਵਾ। ਆਪਸ਼ਨ ਨੰਬਰ ਸੀ ਇਸ ਕੁਐਸਚਨ ਦਾ ਰਾਈਟ ਆਨਸਰ ਹੈ ਕਿ ਉੱਪਰਲੇ ਦੋਵੇਂ ਹੀ। ਨੈਕਸਟ ਕੁਐਸਚਨ, ਇਹਨਾਂ ਵਿੱਚੋਂ ਕਿਹੜਾ ਵਿਟਾਮਿਨ ਚਮੜੀ ਵਿੱਚ ਘੁਲਣਸ਼ੀਲ ਨਹੀਂ ਹੈ? ਵੈਰੀ ਇੰਪੋਰਟੈਂਟ ਕੁਐਸਚਨ। ਦੇਖੋ ਜਿਹੜਾ ਵਿਟਾਮਿਨ ਆ, ਉਹ ਵਿਟਾਮਿਨ ਸੀ ਆ, ਇਹ ਪਾਣੀ ਵਿੱਚ ਘੁਲਣਸ਼ੀਲ ਹੁੰਦਾ। ਵਿਟਾਮਿਨ ਸੀ ਪਾਣੀ ਵਿੱਚ ਘੁਲਣਸ਼ੀਲ ਹੁੰਦਾ, ਪਰ ਇਹਨੇ ਕੀ ਪੁੱਛਿਆ? ਚਰਬੀ। ਵੀ ਇਹਨਾਂ ਵਿੱਚੋਂ ਕਿਹੜਾ ਵਿਟਾਮਿਨ ਆ ਜਿਹੜਾ ਕਿ ਚਰਬੀ ਵਿੱਚ ਘੁਲਣਸ਼ੀਲ ਨਹੀਂ ਹੈ? ਤਾਂ ਚਰਬੀ ਵਿੱਚ ਘੁਲਣਸ਼ੀਲ ਨਹੀਂ ਹੈ ਵਿਟਾਮਿਨ ਸੀ। ਇਹ ਵਿਟਾਮਿਨ ਸੀ ਹੈ ਜਿਹੜਾ ਇਹ ਪਾਣੀ ਵਿੱਚ ਘੁਲਣਸ਼ੀਲ ਵਿਟਾਮਿਨ ਆ। ਇਸ ਤੋਂ ਇਲਾਵਾ ਵਿਟਾਮਿਨ ਏ, ਵਿਟਾਮਿਨ ਡੀ ਤੇ ਵਿਟਾਮਿਨ ਕੇ, ਇਹ ਸਾਰੇ ਹੀ ਵਿਟਾਮਿਨ ਚਰਬੀ ਵਿੱਚ ਘੁਲਣਸ਼ੀਲ ਹਨ, ਠੀਕ ਹੈ। ਇਸ ਦਾ ਧਿਆਨ ਰੱਖਣਾ, ਲਿਖ ਲੈਣਾ ਚਾਹੀਏ ਇਸ ਨੂੰ। ਨੈਕਸਟ ਕੁਐਸਚਨ, ਬੱਚਿਆਂ ਨੂੰ ਡੀਪੀਟੀ ਦਾ ਟੀਕਾ ਕਿਸ ਰੋਗ ਦੇ ਬਚਾਅ ਦੇ ਲਈ ਲਗਾਇਆ ਜਾਂਦਾ ਹੈ? ਹਾਂਜੀ, ਬੱਚਿਆਂ ਨੂੰ, ਉਹਨੇ ਪੁੱਛਿਆ ਬੱਚਿਆਂ ਨੂੰ ਡੀਪੀਟੀ ਦਾ ਟੀਕਾ ਕਿਸ ਰੋਗ ਦੇ ਬਚਾਅ ਲਈ ਲਗਾਇਆ ਜਾਂਦਾ ਹੈ? ਜਿਹੜੇ ਵੀ ਸਟੂਡੈਂਟਸ ਨੂੰ ਪਤਾ 3 ਸੈਕਿੰਡ ਦਿੰਦੀ ਹਾਂ ਮੈਂ ਤੁਹਾਨੂੰ ਕਮੈਂਟ ਬਾਕਸ ਦੇ ਵਿੱਚ ਲਿਖਣ ਦੇ ਲਈ। ਹਾਂਜੀ, ਬੱਚਿਆਂ ਨੂੰ ਡੀਪੀਟੀ ਦਾ ਟੀਕਾ ਕਿਹੜੇ ਰੋਗ ਤੋਂ ਬਚਾਅ ਦੇ ਲਈ ਲਗਾਇਆ ਜਾਂਦਾ? ਤਾਂ ਇਸ ਕੁਐਸਚਨ ਦਾ ਰਾਈਟ ਆਨਸਰ ਹੈ ਆਪਸ਼ਨ ਨੰਬਰ ਡੀ, ਤਿੰਨੇ ਹੀ। ਆਪਸ਼ਨ ਨੰਬਰ ਡੀ, ਤਿੰਨੇ ਹੀ। ਗਾਲਘੋਟੂ ਦੇ ਬਚਾਅ ਲਈ ਡੀਪੀਟੀ ਦਾ ਟੀਕਾ ਲੱਗਦਾ। ਟੈਟਨਸ ਦੇ ਲਈ ਡੀਪੀਟੀ ਦਾ ਟੀਕਾ ਲੱਗਦਾ। ਕਾਲੀ ਖਾਂਸੀ ਦੇ ਲਈ ਡੀਪੀਟੀ ਦਾ ਟੀਕਾ ਲੱਗਦਾ, ਜਾਣੀ ਕਿ ਇਹਨਾਂ ਤਿੰਨਾਂ ਲਈ ਹੀ ਲੱਗਦਾ। ਨੈਕਸਟ ਕੁਐਸਚਨ, ਮਨੁੱਖੀ ਦਿਮਾਗ ਦੇ ਕਿੰਨੇ ਅੰਗ ਖੇਤਰ ਹਨ? ਹਾਂਜੀ, ਮਨੁੱਖੀ ਦਿਮਾਗ ਦੇ ਅੰਗ ਖੇਤਰ ਕਿੰਨੇ ਹਨ? ਜਿਹੜੇ ਵੀ ਸਟੂਡੈਂਟਸ ਨੂੰ ਪਤਾ 3 ਸੈਕਿੰਡ ਦਿੰਦੀ ਹਾਂ ਮੈਂ ਤੁਹਾਨੂੰ ਕਮੈਂਟ ਬਾਕਸ ਦੇ ਵਿੱਚ ਆਨਸਰ ਲਿਖਣ ਲਈ। ਮਨੁੱਖੀ ਦਿਮਾਗ ਦੇ ਵਿੱਚ ਟੋਟਲ 3 ਅੰਗ ਖੇਤਰ ਆ। ਆਪਸ਼ਨ ਨੰਬਰ ਏ ਇਜ਼ ਦਾ ਰਾਈਟ ਆਨਸਰ। ਕਿਹੜੇ ਤੁਸੀਂ ਕਮੈਂਟ ਬਾਕਸ ਦੇ ਵਿੱਚ ਲਿਖੋਗੇ। ਨੈਕਸਟ ਕੁਐਸਚਨ, ਪਾਣੀ ਵਿੱਚ ਘੁਲਣਸ਼ੀਲ ਵਿਟਾਮਿਨ ਹੈ? ਮੈਂ ਤੁਹਾਨੂੰ ਆਲਰੇਡੀ ਦੱਸ ਚੁੱਕੀ ਹਾਂ ਕਿ ਪਾਣੀ ਵਿੱਚ ਕਿਹੜਾ ਘੁਲਣਸ਼ੀਲ ਵਿਟਾਮਿਨ ਆ। ਦੇਖੋ, ਪਾਣੀ ਵਿੱਚ ਘੁਲਣਸ਼ੀਲ ਵਿਟਾਮਿਨ ਆ ਵਿਟਾਮਿਨ ਸੀ। ਆਪਸ਼ਨ ਨੰਬਰ ਏ ਇਜ਼ ਦਾ ਰਾਈਟ ਆਨਸਰ।
ਵਿਟਾਮਿਨ ਏ, ਵਿਟਾਮਿਨ ਡੀ ਤੇ ਵਿਟਾਮਿਨ ਕੇ, ਇਹ ਸਾਰੇ ਕੀ ਆ ਚਰਬੀ ਵਿੱਚ ਘੁਲਣਸ਼ੀਲ ਵਿਟਾਮਿਨ ਆ। ਤੇ ਇੱਥੋਂ ਤੁਹਾਨੂੰ ਪਤਾ ਲੱਗ ਰਿਹਾ ਕਿ ਵਿਟਾਮਿਨ ਈ ਹੈ ਜਿਹੜਾ ਇਹ ਨਵਾਂ ਐਡ ਹੋਇਆ, ਇਹ ਵੀ ਪਾਣੀ ਵਿੱਚ ਘੁਲਣਸ਼ੀਲ ਵਿਟਾਮਿਨ ਨਹੀਂ ਹੈ। ਠੀਕ ਹੈ ਜੀ। ਡੀ ਤੇ ਕੇ ਵੀ। ਕੁਝ ਆਮ ਪਦਾਰਥ ਜਿਵੇਂ ਧੂੜ, ਪਰਾਗਣ, ਵਿਸ਼ੇਸ਼ ਭੋਜਨ ਪਦਾਰਥ ਅਤੇ ਕਿਸੇ ਕੱਪੜੇ ਦੇ ਪ੍ਰਤੀ ਸੰਵੇਦਨਾ ਨੂੰ ਕੀ ਕਹਿੰਦੇ ਹਨ? ਤੇ ਇਸ ਕੁਐਸਚਨ ਦਾ ਰਾਈਟ ਆਨਸਰ ਹੈ ਜੀ ਆਪਸ਼ਨ ਨੰਬਰ ਏ, ਅਲਰਜੀ ਬੋਲਦੇ ਆ। ਠੀਕ ਹੈ ਜੀ। ਨੈਕਸਟ ਕੁਐਸਚਨ, ਐਲਰਜਿਕ ਪ੍ਰਤੀਕਿਰਿਆ ਰਾਹੀਂ ਹੋਣ ਵਾਲਾ ਇੱਕ ਮਹੱਤਵਪੂਰਨ ਰੋਗ। ਹਾਂਜੀ, ਐਲਰਜਿਕ ਪ੍ਰਤੀਕਿਰਿਆ ਰਾਹੀਂ ਹੋਣ ਵਾਲਾ ਮਹੱਤਵਪੂਰਨ ਰੋਗ ਇਹਨਾਂ ਦੇ ਵਿੱਚੋਂ ਕਿਹੜਾ ਹੈ? ਤੇ ਅਲਰਜਿਕ ਪ੍ਰਤੀਕਿਰਿਆ ਨਾਲ ਕਿਹੜਾ ਰੋਗ ਹੁੰਦਾ ਵਾ? ਅਲਰਜੀ ਨਾਲ ਕਿਹੜਾ ਹੁੰਦਾ? ਦਮਾ। ਆਪਸ਼ਨ ਨੰਬਰ ਬੀ ਇਜ਼ ਦਾ ਰਾਈਟ ਆਨਸਰ। ਇਸ ਤੋਂ ਇਲਾਵਾ ਮੋਟਾਪਾ, ਤੁਹਾਨੂੰ ਪਤਾ ਕੋਈ ਮਤਲਬ ਛੂਤ ਦਾ ਰੋਗ ਨਹੀਂ ਗਾ ਜਿਹੜਾ ਅਲਰਜੀ ਨਾਲ ਹੋ ਜਾਂਦਾ। ਨੈਕਸਟ ਕੁਐਸਚਨ, ਇਹਨਾਂ ਵਿੱਚੋਂ ਕਿਹੜੀ ਪ੍ਰਤੀ ਜੈਵਿਕ ਦਵਾਈ ਨਹੀਂ ਹੈ? ਹਾਂਜੀ, ਇਹਨਾਂ ਦੇ ਵਿੱਚੋਂ ਕਿਹੜੀ ਪ੍ਰਤੀ ਜਾਣੀ ਕਿ ਐਂਟੀਬਾਇਓਟਿਕ ਦਵਾਈ ਨਹੀਂ ਹੈ? ਕਲੋਰੋਕਾਬਿਨ। ਆਪਸ਼ਨ ਨੰਬਰ ਡੀ ਇਜ਼ ਦਾ ਰਾਈਟ ਆਨਸਰ। ਨੈਕਸਟ ਕੁਐਸਚਨ, ਉਹ ਰੋਗ ਜਿਸ ਵਿੱਚ ਮਨੁੱਖ ਇੱਕ ਛੋਟੀ ਜਿਹੀ ਸੱਟ ਲੱਗਣ ਕਾਰਨ ਖੂਨ ਦੇ ਵਹਿਣ ਕਾਰਨ ਮਰ ਜਾਂਦਾ ਹੈ। ਹਾਂਜੀ, ਜਦੋਂ ਕੋਈ ਮਨੁੱਖ ਦੇ ਛੋਟੀ ਜਿਹੀ ਸੱਟ ਲੱਗਦੀ ਹੈ ਤੇ ਖੂਨ ਦੇ ਵਹਿਣ ਨਾਲ ਉਸਦੀ ਮੌਤ ਹੋ ਜਾਂਦੀ ਹੈ, ਉਹ ਰੋਗ ਕਿਹੜਾ ਵਾ? ਹੀਮੋਫੀਲੀਆ ਦਾ। ਆਪਸ਼ਨ ਨੰਬਰ ਸੀ ਇਜ਼ ਦਾ ਰਾਈਟ ਆਨਸਰ। ਨੈਕਸਟ ਕੁਐਸਚਨ, ਹਾਂਜੀ ਨੈਕਸਟ ਕੁਐਸਚਨ, ਕਵਾਸੀਓਕਰ ਹੇਠ ਲਿਖਿਆਂ ਵਿੱਚੋਂ ਕਿਸ ਕਿਸਮ ਦਾ ਰੋਗ ਹੈ? ਹਾਂਜੀ, ਕਵਾਸੀਓਰਕਰ ਇਹ ਕਿਹੜੀ ਕਿਸਮ ਦਾ ਰੋਗ ਆ? ਤਰੁੱਟੀ ਰੋਗ ਆ। ਆਪਸ਼ਨ ਨੰਬਰ ਸੀ ਇਜ਼ ਦਾ ਰਾਈਟ ਆਨਸਰ। ਨੈਕਸਟ ਕੁਐਸਚਨ, ਧੁੰਦਰ ਬਿਮਾਰੀ ਹੈ। ਹਾਂਜੀ, ਧੁੰਦਰ ਬਿਮਾਰੀ ਕਿਹੜੀ ਬਿਮਾਰੀ ਹੈ ਇਹਨਾਂ ਦੇ ਵਿੱਚੋਂ? ਧੁੰਦਰ ਬਿਮਾਰੀ ਹੈ, ਧੰਦਰ ਆਊਗਾ ਇੱਥੇ। ਠੀਕ ਹੈ, ਤੁਹਾਨੂੰ ਧੁੰਦਰ ਨੀ ਗਾ, ਇਹ ਧੱਦਰ ਆ। ਧੱਦਰ ਬਿਮਾਰੀ ਕਿਹੜੀ ਬਿਮਾਰੀ ਆ? ਇਹ ਬਿਮਾਰੀ ਆ ਚਮੜੀ ਦੀ। ਆਪਸ਼ਨ ਨੰਬਰ ਏ ਇਜ਼ ਦਾ ਰਾਈਟ ਆਨਸਰ। ਨੈਕਸਟ ਕੁਐਸਚਨ, ਹੇਠ ਲਿਖਿਆਂ ਵਿੱਚੋਂ ਕਿਹੜੇ ਕਾਰਕ ਏਡਜ਼ ਫੈਲਾਉਣ ਲਈ ਜ਼ਿੰਮੇਵਾਰ ਹਨ? ਹਾਂਜੀ, ਇਹਨਾਂ ਦੇ ਵਿੱਚੋਂ ਕਿਹੜੇ ਕਾਰਕ ਆ ਜਿਨ੍ਹਾਂ ਰਾਹੀਂ ਏਡਜ਼ ਫੈਲਦੀ ਆ? ਦੇਖ ਸਕਦੇ ਹੋ ਤੁਸੀਂ ਕਿਹੜੀ ਆਪਸ਼ਨ ਹੋ ਸਕਦੀ ਹੈ ਏਡਜ਼ ਫੈਲਣ ਦੀ? ਖੂਨਦਾਨ ਦੇ ਨਾਲ ਵੀ ਏਡਜ਼ ਫੈਲਦੀ ਆ। ਇਸ ਤੋਂ ਇਲਾਵਾ ਸਰੀਰਕ ਸੰਭੋਗ, ਜਾਣੀ ਕਿ ਆਪਸ਼ਨ ਨੰਬਰ ਸੀ ਇਜ਼ ਦਾ ਰਾਈਟ ਆਨਸਰ, ਉਪਰੋਕਤ ਦੋਵੇਂ ਹੀ। ਨੈਕਸਟ ਕੁਐਸਚਨ, ਉਪਰੋਕਤ ਦੋਵੇਂ ਮਤਲਬ ਪਹਿਲਾ ਤੇ ਦੂਜਾ। ਨੈਕਸਟ ਕੁਐਸਚਨ, ਗਰਭਵਤੀ ਇਸਤਰੀਆਂ ਵਿੱਚ ਆਮ ਤੌਰ ਤੇ ਕਿਹੜੇ ਤੱਤਾਂ ਦੀ ਘਾਟ ਆ ਜਾਂਦੀ ਹੈ? ਹਾਂਜੀ, ਗਰਭਵਤੀ ਇਸਤਰੀਆਂ ਦੇ ਵਿੱਚ ਆਮ ਤੌਰ ਤੇ ਕੈਲਸ਼ੀਅਮ ਅਤੇ ਲੋਹੇ ਦੀ ਘਾਟ ਆ ਜਾਂਦੀ ਆ। ਆਪਸ਼ਨ ਨੰਬਰ ਸੀ ਇਜ਼ ਦਾ ਰਾਈਟ ਸੀ ਇਜ਼ ਦਾ ਰਾਈਟ ਆਨਸਰ। ਠੀਕ ਹੈ, ਇਸ ਗੱਲ ਦਾ ਤੁਸੀਂ ਧਿਆਨ ਰੱਖਣਾ। ਹਾਂਜੀ, ਇਸ ਦੇ ਨਾਲ ਸਾਡੀ ਅੱਜ ਦੀ ਇਹ ਵੀਡੀਓ ਖਤਮ ਹੁੰਦੀ ਹੈ। ਤੇ ਇਹ ਵੀਡੀਓ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਕਿਰਪਾ ਕਰਕੇ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੱਸ ਦੇਣਾ। ਜੇਕਰ ਵੀਡੀਓ ਚੰਗੀ ਲੱਗੀ ਹੋਵੇ ਤਾਂ ਪਲੀਜ਼ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦੇਣਾ।